ਨਵੇਂ ਨੇਮ ਦੇ ਵਿੱਚ ਮੱਤੀ ਉਹਦਾ 25 ਦੇ ਮੱਤੀ ਉਹਦਾ 25 ਦੇ पेज नंबर 36 ਆਪਾਂ ਦੇਖਾਂਗੇ ਮੱਤੀ ਉਹਦਾ 25 ਦੇ ਉਹਦਾ 14 ਤੋਂ ਲੈ ਕੇ 30 ਤੱਕ। ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਹਨੇ ਪ੍ਰਦੇਸ਼ ਨੂੰ ਜਾਣ ਲੱਗਿਆ ਆਪਣੇ ਚਾਚਾ ਨੂੰ ਸੱਦ ਕੇ ਆਪਣਾ ਮਾਲ ਉਹਨਾਂ ਨੂੰ ਸੌਂਪਿਆ ਅਤੇ ਇੱਕ ਨੂੰ 5 ਤੋੜੇ, ਦੂਜੇ ਨੂੰ 2 ਅਤੇ ਤੀਜੇ ਨੂੰ ਇੱਕ ਹਰੇਕ ਨੂੰ ਉਹਦੇ ਗੁਣ ਦੇ ਅਨੁਸਾਰ ਦਿੱਤਾ ਤਾਂ ਪ੍ਰਦੇਸ਼ ਨੂੰ ਚਾਹਿਆ ਗਿਆ। ਜਿਹੜੇ 5 ਤੋੜੇ ਲਏ ਸਨ ਉਹਨੇ ਛੱਤ ਜਾ ਕੇ ਉਹਨਾਂ ਨਾਲ ਵੰਡ ਵਪਾਰ ਕੀਤਾ ਅਤੇ ਹੋਰ 5 ਤੋੜੇ ਕਮਾਏ। ਇਸੇ ਤਰ੍ਹਾਂ ਜਿਹਨੇ 2 ਤੋੜੇ ਲਏ ਸਨ ਉਹਨੇ ਵੀ ਹੋਰ 2 ਖੱਟ ਲਏ। ਪਰ ਜਿਹਨੇ ਇੱਕੋ ਲਿਆ ਸੀ ਉਹਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਰੁਪਇਆ ਨੂੰ ਲੁਕਾ ਦਿੱਤਾ। ਬਹੁਤ ਦੇਰ ਪਿੱਛੋਂ ਉਹਨਾਂ ਚਾਕਰਾਂ ਦਾ ਮਾਲ ਪਾਇਆ ਅਤੇ ਉਹਨਾਂ ਤੋਂ ਲੇਖਾ ਲੈਣ ਲੱਗਾ। ਸੋ ਜਿਹਨੇ 5 ਤੋੜੇ ਲਏ ਸਨ ਉਹਨੇ ਆਣ ਕੇ ਹੋਰ 5 ਤੋੜੇ ਉਹਦੇ ਅੱਗੇ ਰੱਖੇ ਅਤੇ ਕਿਹਾ, ਸਵਾਮੀ ਜੀ ਤੁਸੀਂ ਮੈਨੂੰ 5 ਤੋੜੇ ਸੌਂਪੇ ਸਨ, ਵੇਖੋ ਮੈਂ 5 ਤੋੜੇ ਹੋਰ ਖੱਟੇ ਹਨ। ਕੋਲ ਦੇ ਮਾਲਕ ਨੇ ਉਸ ਨੂੰ ਕਿਹਾ, ਇਹ ਚੰਗੇ ਅਤੇ ਮਾਤਵਰ ਚੱਕਰ ਸ਼ਾਬਾਸ਼ ਏ, ਤੂੰ ਤਾਂ ਥੋੜੇ ਜਿਹੇ ਵਿੱਚ ਮਾਤਵਰ ਨਿਕਲਿਆ, ਮੈਂ ਤੈਨੂੰ ਬਹੁਤ ਸਾਰੇ ਉੱਤੇ ਕਿਆ ਦਿਆਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। ਅਤੇ ਜਿਹਨੇ 2 ਤੋੜੇ ਲਏ ਸਨ ਉਹ ਵੀ ਕੋਲ ਆਣ ਕੇ ਬੋਲਿਆ, ਸਵਾਮੀ ਜੀ ਤੁਸੀਂ ਮੈਨੂੰ 2 ਤੋੜੇ ਸੌਂਪੇ ਸਨ, ਵੇਖੋ ਮੈਂ 2 ਤੋੜੇ ਹੋਰ ਵੀ ਖੱਟੇ ਉਹਦੇ ਬਾਅਦ ਉਹਨੇ ਕਿਹਾ, ਫਿਰ ਚੰਗੇ ਅਤੇ ਮਾਤਵਰ ਚੱਕਰ ਸ਼ਾਬਾਸ਼ ਏ, ਤੂੰ ਥੋੜੇ ਜਿਹੇ ਵਿੱਚ ਮਾਤਵਰ ਨਿਕਲਿਆ, ਮੈਂ ਤੈਨੂੰ ਬਹੁਤ ਸਾਰੇ ਉੱਤੇ ਕਿਆ ਦਿਆਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। ਫਿਰ ਜਿਹਨੇ ਇੱਕ ਤੋੜਾ ਲਿਆ ਸੀ ਉਹ ਵੀ ਕੋਲ ਆਣ ਕੇ ਬੋਲਿਆ, ਸਵਾਮੀ ਜੀ ਮੈਂ ਤੁਹਾਨੂੰ ਜਾਣਿਆ ਜੋ ਤੁਸੀਂ ਕਰੜੇ ਆਦਮੀ ਹੋ ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ ਅਤੇ ਜਿੱਥੇ ਨਹੀਂ ਖੜਾਇਆ ਉੱਥੋਂ ਇਕੱਠਾ ਕਰਦੇ ਹੋ। ਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ। ਇਹ ਲੈ ਲਓ ਆਪਣਾ ਤੋੜਾ। ਉਹਦੇ ਮਾਲਕ ਨੇ ਉਹਨੂੰ ਉੱਤਰ ਦਿੱਤਾ, ਓਏ ਦੁਸ਼ਟ ਅਤੇ ਆਰਜ਼ੀ ਚੱਕਰ, ਕੀ ਮੈਂ ਜਾਣਿਆ ਕਿ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਮੈਂ ਨਹੀਂ ਖੜਾਇਆ ਉੱਥੋਂ ਇਕੱਠਾ ਕਰਦਾ ਹਾਂ। ਇਸ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਏ ਸ਼ਰਾਬਾਂ ਨੂੰ ਦਿੰਦਾ ਤਾਂ ਮੈਂ ਆਣ ਕੇ ਆਪਣਾ ਮਾਲ ਵਿਆਜ ਸੁੱਧਾ ਲੈਂਦਾ। ਸੋ ਉਹ ਤੋੜਾ ਉਸ ਕੋਲੋਂ ਉਸ ਕੋਲੋਂ ਲੈ ਲਓ ਅਤੇ ਜੇ ਕੋਲ 10 ਤੋੜੇ ਹਨ ਉਹਨੂੰ ਦਿਓ, ਕਿਉਂਕਿ ਜਿਸ ਕਿਸੇ ਕੋਲ ਕੁਝ ਹੈ ਉਹਨੂੰ ਦਿੱਤਾ ਜਾਏਗਾ ਅਤੇ ਉਹਦਾ ਵਾਅਦਾ ਹੋਏਗਾ, ਪਰ ਜਿਹਦੇ ਕੋਲ ਕੁਝ ਨਹੀਂ ਉਸ ਕੋਲ ਜੋ ਉਹਦਾ ਹੈ ਸੋ ਵੀ ਫਿਰ ਲੈ ਲਿਆ ਜਾਏਗਾ। ਇਸ ਲਈ ਆਪਣੇ ਚੱਕਰ ਨੂੰ ਬਾਹਰ ਦੇ ਘੋਲ ਵਿੱਚ ਕੱਢ ਦਿਓ, ਉੱਥੇ ਰੋਣਾ ਅਤੇ ਕਚੀਚੀਆਂ ਦਾ ਵੱਢਣਾ ਹੋਏਗਾ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ये परमेश्वर का वचन परमेश्वर के आत्मा द्वारा लिखाया गया है और प्रभु यीशु मसीह ने क्या खास करके टल जाएगा पर मेरा वचन कदे नहीं टलेगा, क्योंकि साडे परमेश्वर और सर्वशक्तिमान परमेश्वर ने, सर्वशक्तिमान मतलब सब कुछ करने की सामर्थ रखने वाले परमेश्वर, साडे परमेश्वर प्रभु यीशु मसीह और सर्वज्ञानी मतलब सारा ही ज्ञान प्रभु यीशु मसीह के कोल है और प्रभु यीशु मसीह और सर्वव्यापी परमेश्वर ने ਇੱਕੋ ਸਮੇਂ ਸਾਰੀ ਜਗ੍ਹਾ ਤੇ ਹਾਜ਼ਰ ਰਹਿਣ ਵਾਲੇ ਪਰਮੇਸ਼ਵਰ। ਅਸੀਂ ਜਿਸ ਪਰਮੇਸ਼ਵਰ ਦੀ ਉਪਾਸਨਾ ਕਰਦੇ ਹਾਂ ਉਹ ਬਹੁਤ ਵੱਡੇ ਪਰਮੇਸ਼ਵਰ ਨੇ। ਅਗਰ ਆਪਾਂ ਇਸ ਸੰਸਾਰ ਦੀ ਗੱਲ ਕਰੀਏ, ਇਹ ਸੰਸਾਰ ਵਿੱਚ 2 ਤਾਕਤਾਂ ਕੰਮ ਕਰ ਰਹੀਆਂ ਨੇ, ਇੱਕ ਤਾਂ ਪਰਮੇਸ਼ਵਰ ਦੀ ਔਰ ਇੱਕ ਸ਼ੈਤਾਨ ਦੀ। ਔਰ ਇਹ ਸੰਸਾਰ ਹੈ ਜੋ ਇਹ ਸਾਰਾ ਸੰਸਾਰ ਉਸ ਦੁਸ਼ਟ ਦੇ ਵਸ ਵਿੱਚ ਹੈ, ਮਤਲਬ ਸ਼ੈਤਾਨ ਦੇ ਵਸ ਵਿੱਚ ਹੈ, ਕਿਉਂਕਿ ਜੋ ਕੁਝ ਵੀ ਸੰਸਾਰ ਦੇ ਵਿੱਚ उसका सरदार वो तो शैतान है, उसका जो सरदार है उसका जो मालिक है वो कौन है, वो तो शैतान है। क्योंकि जब प्रभु यीशु मसीह ने उपवास किए सीगे, वर्त किया सी प्रभु यीशु मसीह ने, तब शैतान ने गल कही सी कि देख ये सारी पातशाही ये मेरे कोल है और मैं जिन्हों चाहां उसनूं देवांगा। मतलब संसार दे विच जो कुछ भी है वो सारा कुछ शैतान के बस विच है। इत्थों तक कि जिन्ने भी लोग ने, चाहे कोई अज पैदा हो रहा है वो भी की है, वो भी तो शैतान के बस विच है। और परमेश्वर ने इंसान नूं अपने हत्थां नाल बनाया गा,
परमेश्वर ने इंसान नू अपने वर्गा बनायागा, लेकिन इंसान वो तो शैतान की गुलामी में चला गया, वो तो पाप की गुलामी में चला गया। अज इस धरती पर कोई भी इंसान ऐसा नहीं जो ये कह सके कि मैं पाप नहीं किया। कोई भी ऐसा इंसान नहीं है, चाहे वो विश्वासी भी है, चाहे वो बड़ा पास्टर है, वो भी ये गल नहीं कह सकता कि मैं पाप नहीं किया। मतलब कि सब लोगों ने पाप किया, सारे लोगों ने पाप किया, और पाप किया मतलब तो शैतान के गुलाम ने। लेकिन जिन्होंने लोगों ने हुणे यीशु मसीह पर विश्वास किया, जिन्होंने लोगों ने प्रभु यीशु मसीह पर विश्वास करके तौबा की, उस तो बाद अपने पापों की माफी के लिए पिता पुत्र पवित्र आत्मा के नाम में बपतिस्मा लिया गया, वो लोग पाप की गुलामी विचों आजाद हो चुके हैं, वो लोग पाप की गुलामी विचों बाहर आ चुके हैं। परमेश्वर के वचन को बहुत ध्यान सुनो। अज साडे परमेश्वर साडे कुछ गल करना चाहते हैं। अगर अज का वचन जीवन के विच जमा करते हो, अज के परमेश्वर वचन को सुनते हो, तो सही दे विच परमेश्वर अपने लोगों के जीवन के विच बहुत बड़ा काम करने वाले ने। इस करके परमेश्वर के वचन को ध्यान नाल सुनियो। अगर आप संसार की गल करिए, किसी ने भी देखो, अपने परिवार के विच देखो, अपने आस पड़ोस के विच देखो, अपने रिश्तेदारों में देखो, सारे लोगों के जीवन के विच कोई ना कोई समस्या की, कोई ना कोई परेशानी है। परेशानी मतलब कोई ना कोई इंसान के जीवन के विच पाप है ही है। लेकिन उस पाप के विचों परमेश्वर चाहते हैं कि वो इंसान पाप के विचों बाहर आ जाए, क्योंकि लिखा बाइबल के विच कहोता 24 दे 11 बच्चों पढ़ो। ਜਿਹੜੇ ਮੌਤ ਲਈ ਲਏ ਜਾਂਦੇ ਹਨ, ਜਿਹੜੇ ਘਾਤ ਹੋਣ ਲਈ ਝੂਲਦੇ ਫਿਰਦੇ ਹਨ, ਉਹਨਾਂ ਨੂੰ ਛੁਡਾਉਣ ਤੋਂ ਨਾ ਰੁਕ। सारे बोलो हालेलुया। मतलब जो मौत ले ले जाते हैं, मौत इंसान के ऊपर कद आती है कि जब जीवन में पाप है, पाप की वजह करके इंसान को मरना पैंदा है। और सही दे विच जब पाप की वजह करके इंसान को मरना पैंदा है, और परमेश्वर ने आज्ञा दी कि जिहड़े लोग मौत ले ले जाते हैं, मतलब शैतान उन्होंने लोगों को नरक में लेके जा रहा है, शैतान उन्होंने लोगों को मार देना चाहता है, उन्होंने की पड़ेगा ਉਹਨਾਂ ਨੂੰ ਛੁਡਾਉਣ ਤੋਂ ਨਾ ਰੁਕ। छड़ाउण तो ना रोक। ਇਹਦਾ मतलब कि परमेश्वर ने आज्ञा दी हुई है कि ਜਿਹੜੇ लोग पाप ਦੇ ਵਿੱਚ ਨੇ, ਜਿਹੜੇ लोग गुलामी ਦੇ ਵਿੱਚ ਨੇ, ਉਹਨਾਂ ਨੂੰ ਕੀ ਕਰ, ਉਹਨਾਂ ਨੂੰ ਬਚਾ। ਇਹ ਕੀ ਹੈ? ਇਹ ਤਾਂ परमेश्वर ਦੀ आज्ञा है। परमेश्वर यही चाहते हैं कि ਜਿਹੜੇ लोग पाप की वजह करके मौत वाले जा रहे हैं, ਜਿਹੜੇ लोग पाप की वजह करके नरक ਵਿੱਚ जा रहे हैं, ਉਹਨਾਂ लोगों ਨੂੰ बचा, ਉਹਨਾਂ लोगों ਨੂੰ छड़ा। ਇਹ ਤਾਂ परमेश्वर की आज्ञा है। और बाइबल में जिदा लिखा गा कि प्रभु यीशु मसीह कहते हैं कि तुसा मैनू नहीं चुनिया, मैं तुहानू चुनियागा, मैं तुहानू ठहरायागा। ਇਹਦਾ मतलब कि परमेश्वर ने अगर पसंद किया, परमेश्वर ने अगर चुनियागा, तो उसका कोई ना कोई काम जरूर होगा। कई बार इलैक्शन होंगे ने, वोटां होंदियां ने, तो एक काफ़ी उम्मीदवार होंगे ने, लेकिन वो जो पब्लिक है, जो लोग ने, वो एक नूं चुन लेंदे ने। काहदे लई? क्योंकि उन्होंने पिंड दे विच, उन्होंने शहर दे विच वो क्या करे, कुछ काम करे। और परमेश्वर भी, प्रभु यीशु मसीह भी कहते हैं कि मैं तुहानू चुनियागा। काहदे लई? क्योंकि मेरा काम है। सारे बोलो हालेलुया। प्रभु यीशु मसीह दा काम है। की काम है प्रभु यीशु मसीह दा? कि जिहड़े लोग मौत लई जा रहे हैं, नरक वाले जा रहे हैं, उन्होंने बचा। ये की है? ये परमेश्वर का काम है। ये की है? परमेश्वर की आज्ञा की। और लिखा बाइबल के विच पहला तिमोथियुस 2 अध्याय 4 वचन पढ़ने की लोड़ नहीं। उत्थे इदां लिखा गा, क्यों जो परमेश्वर चाहता है कि सभी लोग बचाए जान। मतलब परमेश्वर यह चाहते हैं कि सारे लोग बचाए जान, सारे लोग बचाए जान। यह परमेश्वर चाहते हैं। सही दे विच अगर परमेश्वर चाहते हैं तो कोई भी इंसान हुण किसी को किस तरह बचा सकता है? अगर कोई इंसान किसी को जाके कहे तो यीशु मसीह पर विश्वास कर, तो कौन विश्वास करेगा? अगर तुहानू कोई आके कहता, या सानू आके कोई कहता भी यीशु मसीह पर विश्वास करो, तो की आपां विश्वास कीता सीगा?
कोई भी इंसान इस तरह विश्वास नहीं करता। लेकिन प्रभु यीशु मसीह की करते हैं कि इंसान के जीवन के कुछ ना कुछ काम करते हैं, किसी ना किसी इंसान के जीवन के काम होंदा है। जिस तरह सामरी औरत बारे आप वचन में कई बार पढ़िया, कई बार सुनिया कि सामरी औरत नाल जब प्रभु यीशु मसीह ने गलबात की, प्रभु यीशु मसीह ने सामरी औरत बारे दस्या कि तेरे जीवन के ਉਹਦਾ पाप है। जब उसनों पता लग गया कि मैं पाप दे विच हां, जब सामरी औरत नूं पता लग गया कि मैं पाप दे विच फसी हुई हां, उसने की कीता कि पिंड में चली गई और पिंड में जाके लोगों ने दस्या कि देखो एक ऐसा इंसान है जिसने मेरे जीवन के बारे में सब कुछ दस दिता है। फिर लोगों ने इस गल सुनिया, लोगों ने इस गल सुनिया और सुन के की कीता, तो विश्वास किया उन्होंने और फिर आके यीशु मसीह के कोल आ गए। फिर जब यीशु मसीह ने गल्लां कीतियां, यीशु मसीह ने संदेश सुनाए, फिर उन्होंने कहा कि असीं हुण विश्वास करते हैं, कि असीं हुण विश्वास करते हैं। मतलब कि इंसान के जीवन के पहला प्रभु यीशु मसीह कुछ ना कुछ करते हैं। अज भी अगर परमेश्वर ने किसी ना किसी इंसान के जीवन के कुछ किया, कोई ये इंसान ना सोचे कि मेरे जीवन के गवाही नहीं है। कोई भी इंसान ये ना सोचे, हर एक इंसान के जीवन के एक ना एक गवाही जरूर ही है। हर एक इंसान के जीवन के एक गवाही का परमेश्वर ने पक्की रखी हुई है। अगर वही इंसान अपनी गवाही किसी इंसान के मूहरे करता कि मेरा जीवन कैसा सीगा, मैं नशे दे विच सीगा, मैं पाप की गुलामी दे विच सीगा, मैं झूठ बोलता सीगा, मैं बीमार, मतलब जिन्ना कुछ भी सीगा इंसान के जीवन के विच, अगर कुछ होयागा, अगर वो अपने जीवन की गवाही दे दे किसी को, तो उसकी गवाही नाल की हो जाता है, इंसान विश्वास कर सकता है, विश्वास कर सकता है। क्योंकि लिखा बाइबल दे विच कहावतां ਉਹਦਾ 6 ਅਧਿਆਇ ਉਹਦਾ 6 ਵਚਨ, हे आलसी तू पीढ़ी कोल जा ਅਤੇ ਉਹਦੇ ਰਾਹ ਨੂੰ ਵੇਖ ਕੇ ਬੁੱਧੂ ਆਵਾ। हे आलसी तू कीड़ी कोल जा, ਉਹਦੇ ਰਾਹਾਂ ਨੂੰ ਵੇਖ ਅਤੇ ਬੁੱਧ ਆਵਾ। पढ़ो। ਜੇ ਨਾ ਕੋਈ ਆਗੂ ਨਾ ਹੁੱਦੇਦਾਰ ਨਾ ਹਾਕਮ ਹੈ, ਉਹ ਆਪਣਾ ਆਹਾਰ ਗਾਡੀ ਵਿੱਚ ਜੋੜਦੀ ਅਤੇ ਬਾਗੀ ਦੇ ਵੇਲੇ ਆਪਣੀਆਂ ਖਾਣ ਵਾਲਿਆਂ ਵਾਸਤੇ ਇਕੱਠੀਆਂ ਕਰਦੀ ਹੈ। हाँ, सारे बोलो हालेलुया। ਹਾਲੇਲੂਇਆ। परमेश्वर कहते हैं, परमेश्वर का वचन दसदा गा कि हे आलसी तू की कर, कीड़ी को जा। कीड़ी देखा जाए तो बहुत छोटा जा जीव है, बहुत छोटा जा जंतु है, बहुत छोटा जा जीव है। कई बार देखा होगा रस्ते विच, घर दे विच कि कणक का दाना होंदा जो जां जीरी का दाना विच चाउल होवे, कीड़ी अगर उसनूं फड़ लवे उसनूं छड्डदी नहीं। सही दे विच देखा जाए तो जो कणक का दाना है ਜਾਂ ਚੌਲ ਦਾ ਦਾਣਾ ਹੈਗਾ, ਉਹ ਕੀੜੀ ਤੋਂ ਦੇਖਣ ਨੂੰ ਵੱਡਾ ਲੱਗਦਾ ਹੈਗਾ, ਲੇਕਿਨ ਫਿਰ ਵੀ ਕੀੜੀ ਕੀ ਕਰਦੀ ਉਹਨੂੰ ਖਿੱਚ ਕੇ ਲੈ ਕੇ ਜਾਂਦੀ ਹੈ, ਖਿੱਚ ਕੇ ਲੈ ਕੇ ਜਾਂਦੀ ਹੈ, ਖਿੱਚੀ ਜਾਂਦੀ ਹੈ ਉਹਨੂੰ। ਕਿਉਂ? ਕਿਉਂਕਿ ਉਹ ਆਪਣੇ ਖਾਣ ਦੇ ਲਈ ਉਸਨੂੰ ਇਕੱਠਾ ਕਰਨਾ ਚਾਹੁੰਦੀ ਹੈ। ਕਿਉਂਕਿ ਜਦ ਕਦੇ ਉਸਨੂੰ ਨਾ ਮਿਲੇ, ਉਸਨੂੰ ਨਾ ਮਿਲੇ ਤੇ ਕੀ ਹੈ, ਉਸ ਤੋਂ ਉਹ ਖਾ ਸਕਦੀ ਹੈ। ਲੇਕਿਨ ਸਹੀ ਦੇ ਵਿੱਚ ਕੀ ਲਿਖਿਆ ਹੈਗਾ? ਹੇ ਆਲਸੀ। ਆਲਸੀ, ਆਲਸੀ ਕੌਣ ਹੈ? सही एक तो वो इंसान होंगे जो कभी काम नहीं करता, एक तो उसनों आलसी कहते हैं। लेकिन परमेश्वर जो कहना चाहते आलसी, वो इस तरह आलसी नहीं कहते। आलसी किस कहते हैं कि परमेश्वर ने इंसान के जीवन के कुछ ना कुछ किया होगा। परमेश्वर के जीवन के परमेश्वर ने इंसान के जीवन के एक ना एक गवाही दी हुई है। क्योंकि लिखा गा पहला ग्रंथिया ਉਹਦਾ 12 ਅਧਿਆਇ पढ़ो, 12 ਦੀ 6 ਤੋਂ पढ़ो। ਅਤੇ ਕਾਰਜ ਅਨੇਕ ਪ੍ਰਕਾਰ ਦੇ ਹਨ, ਪਰੰਤु ਪਰਮੇਸ਼ਵਰ ਇੱਕੋ ਜਿਹਾ ਸਭਨਾਂ ਵਿੱਚ ਸਭ ਅਸਰ ਕਰਦਾ ਹੈ। मतलब ਕੰਮ ਨੇ ਜੋ ਉਹ ਕਈ ਤਰ੍ਹਾਂ ਦੇ ਨੇ, ਪਰ ਪਰਮੇਸ਼ਵਰ ਇੱਕੋ ਹੀ ਹੈ ਜੋ ਸਭਨਾਂ ਵਿੱਚ ਕੰਮ ਕਰਦਾ। ਪੜੋ ਅੱਗੇ ਫਿਰ। ਆਤਮਾ ਦਾ ਪ੍ਰਕਾਸ਼ ਜੋ ਸਭਨਾਂ ਦੇ ਲਾਭ ਲਈ ਹੈ, ਇੱਕ ਇੱਕ ਨੂੰ ਦਿੱਤਾ ਜਾਂਦਾ ਹੈ। ਆਤਮਾ ਦਾ ਪ੍ਰਕਾਸ਼ ਕੀ ਹੈ? ਉਹ ਸਾਰਿਆਂ ਦੇ ਲਾਭ ਲਈ ਹੈ। ਉਹ ਕੀ ਹੈ? ਇੱਕ ਇੱਕ ਨੂੰ ਦਿੱਤਾ ਜਾਂਦਾ ਹੈਗਾ। ਪੜੋ ਅੱਗੇ। ਇੱਕ ਨੂੰ ਤਾਂ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ। ਹੁਣ ਦੇਖੋ। ਹਾਂ। ਅਤੇ ਦੂਏ ਨੂੰ ਉਸ ਆਤਮਾ ਦੇ ਅਨੁਸਾਰ ਵਿਦਿਆ ਦੀ ਗੱਲ
ਮਤਲਬ ਇੱਕ ਇਨਸਾਨ ਨੂੰ ਕੀ ਹੈ, ਪਰਮੇਸ਼ਵਰ ਨੇ ਦਿੱਤਾ ਹੋਇਆਗਾ, ਪਵਿੱਤਰ ਆਤਮਾ ਨੇ ਦਿੱਤਾ ਹੋਇਆ ਕੀ, ਗਿਆਨ, ਤੇ ਦੂਜੇ ਨੂੰ ਦਿੱਤਾ ਹੋਇਆਗਾ ਵਿਦਿਆ। ਫਿਰ ਅੱਗੇ ਅਤੇ ਹੋਰ ਕਿਸੇ ਨੂੰ ਉਸੇ ਆਤਮਾ ਤੋਂ ਨਿਸ਼ਚਾ ਅਤੇ ਹੋਰ ਕਿਸੇ ਨੂੰ ਉਸੇ ਇੱਕੋ ਆਤਮਾ ਤੋਂ ਨਿਰੋਇਆ ਕਰਨ ਦੀਆਂ ਦਾਤਾਂ। ਫਿਰ ਅਤੇ ਹੋਰ ਕਿਸੇ ਨੂੰ ਕਰਮਾਂ ਖੋਣ ਦੀ ਸਮਰੱਥਾ। ਹੁਣ ਦੇਖੋ ਇੱਥੇ ਲਿਖਿਆਗਾ ਕਿ ਜੋ ਪਵਿੱਤਰ ਆਤਮਾ ਗਾ ਉਹ ਕੀ ਕਰਦਾਗਾ ਕਿ ਆਪਣਾ ਕੰਮ ਹੈ ਜੋ ਉਹ ਕੀ ਕਰਦਾਗਾ, ਕਿਸੇ ਨੂੰ ਨਾ ਵਿਸ਼ਵਾਸ ਕਰਨ ਦੀ ਆਤਮਾ ਗਾ ਕਿਸੇ ਕੋਲ, ਔਰ ਕਿਸੇ ਕੋਲ ਕਰਾਮਾਤਾਂ, ਮਤਲਬ ਕਰਾਮਾਤ ਮਤਲਬ ਚਮਤਕਾਰ ਦਿਖਾਉਣ ਦਾ, ਤੇ ਕਿਸੇ ਨੂੰ ਚੰਗਾ ਕਰਨ ਦਾ। ਇਹ ਕੀ ਹੈ, ਇਹ ਤਾਂ ਪਰਮੇਸ਼ਵਰ ਦਾ ਜੋ ਪਵਿੱਤਰ ਆਤਮਾ ਗਾ ਉਹ ਕੀ ਕਰਦਾਗਾ, ਸਭ ਨੂੰ ਵੰਡ ਕੇ ਦਿੰਦਾਗਾ। ਅਰਥ ਇਹਦੇ ਵਿੱਚ ਜੋ ਫਰਜ਼ ਕਰੋ ਕਿਸੇ ਲਵੇ ਵਰਦਾਨ ਦਿੱਤਾ ਹੋਇਆ ਪਵਿੱਤਰ ਆਤਮਾ ਨੇ ਕਿ ਅਗਰ ਉਹ ਪ੍ਰਾਰਥਨਾ ਕਰੇ ਕਿਸੇ ਲਈ ਤੇ ਦੂਜੇ ਨੂੰ ਚੰਗਾਈ ਮਿਲੇਗੀ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦੇ ਵਚਨ ਨੂੰ ਬਹੁਤ ਧਿਆਨ ਨਾਲ ਸੁਣੋ। ਪਵਿੱਤਰ ਆਤਮਾ ਨੇ ਵਰਦਾਨ ਦਿੱਤਾ ਕਿਸੇ ਨੂੰ ਕਿ ਮੈਂ ਤੇਰਾ ਇਸਤੇਮਾਲ ਕਰਾਂਗਾ, ਕਦ ਲਈ, ਕਿ ਤੂੰ ਜਿਹਦੇ ਲਈ ਪ੍ਰਾਰਥਨਾ ਕਰੇਗਾ ਤੇਰੀ ਪ੍ਰਾਰਥਨਾ ਨਾਲ ਸਾਹਮਣੇ ਵਾਲਾ ਜੋ ਬਿਮਾਰ ਹੈ ਉਹ ਚੰਗਾ ਹੋ ਜਾਊਗਾ। ਹੁਣ ਜੋ ਵਰਦਾਨ ਪਵਿੱਤਰ ਆਤਮਾ ਨੇ ਦਿੱਤਾ ਹੋਇਆਗਾ ਕਿਸੇ ਇਨਸਾਨ ਨੂੰ, ਅਗਰ ਉਹ ਉਸ ਵਰਦਾਨ ਦਾ ਇਸਤੇਮਾਲ ਕਰਦਾਗਾ, ਤੇ ਫਿਰ ਕੀ ਹੋਵੇਗਾ, ਸਾਹਮਣੇ ਵਾਲੇ ਜੀਵਨ ਦੇ ਵਿੱਚ ਚਮਤਕਾਰ ਹੋਵੇਗਾ, ਉਹਦੀ ਬਿਮਾਰੀ ਚਲੀ ਜਾਊਗੀ, ਉਹਦੇ ਜੀਵਨ ਦੇ ਵਿੱਚ ਕੀ ਹੋਊਗਾ, ਸ਼ਾਂਤੀ ਆ ਜਾਊ, ਉਹਦੇ ਜੀਵਨ ਦੇ ਵਿੱਚ ਕੀ ਆ ਜਾਊਗੀ, ਚੰਗਾਈ ਆ ਜਾਊਗੀ। ਹੁਣ ਜਿਹੜਾ ਵਰਦਾਨ ਉਸ ਇਨਸਾਨ ਦੇ ਕੋਲ ਹੈ ਉਹਦੇ ਵਰਦਾਨ ਦਾ ਫਾਇਦਾ ਕਿਹਨੂੰ ਹੈ, ਉਹਦੇ ਵਰਦਾਨ ਜੋ ਉਸ ਇਨਸਾਨ ਦੇ ਕੋਲ ਉਸ ਦਾ ਫਾਇਦਾ ਕਿਹਨੂੰ ਹੈ, ਉਹਦਾ ਦੂਜੇ ਇਨਸਾਨ ਨੂੰ ਫਾਇਦਾ ਹੈਗਾ ਜਿਹਨੂੰ ਚੰਗਾਈ ਮਿਲਦੀ ਹੈ। ਹੁਣ ਜਿਹਦੇ ਦੁਆਰਾ ਪ੍ਰਾਰਥਨਾ ਦੁਆਰਾ ਚੰਗਾਈ ਮਿਲ ਰਹੀ ਹੈ ਉਹਨੂੰ ਕੀ ਫਾਇਦਾ ਹੈਗਾ, ਹੁਣ ਤਾਂ ਕੋਈ ਵੀ ਫਾਇਦਾ ਨਹੀਂ। ਹੁਣ ਤਾਂ ਪ੍ਰਾਰਥਨਾ ਕੀਤੀ ਲੇਕਿਨ ਫਾਇਦਾ ਕਿਹਨੂੰ ਹੋਇਆ, ਸਾਹਮਣੇ ਨੂੰ ਫਾਇਦਾ ਹੋਇਆ। ਇਸੇ ਤਰ੍ਹਾਂ ਅਗਰ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਕੋਈ ਕੰਮ ਕੀਤਾ ਹੈਗਾ, ਅਗਰ ਪਰਮੇਸ਼ਵਰ ਨੇ ਤੁਹਾਨੂੰ ਨਸ਼ੇ ਦੇ ਵਿੱਚੋਂ ਆਜ਼ਾਦ ਕੀਤਾ ਹੈਗਾ, ਅਗਰ ਪਰਮੇਸ਼ਵਰ ਨੇ ਤੁਹਾਨੂੰ ਤੁਹਾਡੀ ਬਿਮਾਰੀ ਵਿੱਚੋਂ ਆਜ਼ਾਦ ਕੀਤਾ ਹੈਗਾ, ਅਗਰ ਪਰਮੇਸ਼ਵਰ ਨੇ ਤੁਹਾਨੂੰ ਤੁਹਾਡੇ ਪਾਪਾਂ ਵਿੱਚੋਂ ਬਾਹਰ ਕੱਢਿਆ ਹੈਗਾ, ਜਦ ਤੁਸੀਂ ਆਪਣੀ ਗਵਾਹੀ ਲੈ ਕੇ ਦੂਜੇ ਲੋਕਾਂ ਵਿੱਚ ਜਾਂਦੇ ਹੋ ਤਾਂ ਫਾਇਦਾ ਕਿਹਨੂੰ ਹੋਊਗਾ, ਉਸੇ ਇਨਸਾਨ ਨੂੰ ਫਾਇਦਾ ਹੋਊਗਾ ਜੋ ਤੁਹਾਡੀ ਗਵਾਹੀ ਨੂੰ ਸੁਣੇਗਾ। ਕਿਉਂ, ਕਿਉਂਕਿ ਉਸ ਨੂੰ ਵੀ ਅਹਿਸਾਸ ਹੋਵੇਗਾ ਕਿ ਸੱਚਾ ਰੱਬ ਉਹ ਤੇ ਪ੍ਰਭੂ ਯਿਸੂ ਮਸੀਹ ਹੈ। ਉਹ ਕੀ ਹੈ, ਸੱਚਾ ਰੱਬ ਤਾਂ ਪ੍ਰਭੂ ਯਿਸੂ ਮਸੀਹ ਹੈ। ਸਾਮਰੀ ਔਰਤ ਜਦ ਪ੍ਰਭੂ ਯਿਸੂ ਮਸੀਹ ਨੇ ਉਸਨੂੰ ਦੱਸਿਆ ਕਿ ਤੂੰ ਪਾਪ ਦੇ ਵਿੱਚ ਹੈ, ਜਦ ਉਸਨੂੰ ਪਤਾ ਲੱਗਿਆ ਕਿ ਮੈਂ ਤਾਂ ਪਾਪ ਦੇ ਵਿੱਚ ਹਾਂ, ਮੈਂ ਤਾਂ ਨਰਕ ਵਿੱਚ ਜਾ ਰਹੀ ਹਾਂ, ਪਰ ਮੇਰੇ ਪਿੰਡ ਦੇ ਲੋਕ ਉਹ ਵੀ ਤਾਂ ਐਸਾ ਜੀਵਨ ਜੀ ਰਹੇ ਨੇ, ਉਹ ਵੀ ਤਾਂ ਪਾਪ ਵਿੱਚ ਜਾ ਰਹੇ ਨੇ, ਤੇ ਉਸਨੇ ਜਾ ਕੀ ਕੀਤਾ, ਉਹਨੇ ਕੁਝ ਨਹੀਂ ਕਿਹਾ, ਜਾ ਕੇ ਉਸਨੇ ਆਪਣੇ ਜੀਵਨ ਦੀ ਗਵਾਹੀ ਦਿੱਤੀ ਕਿ ਦੇਖੋ ਮੇਰੇ ਜੀਵਨ ਦੇ ਵਿੱਚ ਐਸਾ ਗੱਲਾਂ ਸੀਗੀਆਂ, ਮੇਰੇ ਜੀਵਨ ਦੇ ਵਿੱਚ ਮੈਂ 5 ਪਤੀ ਕਰ ਚੁੱਕੀ ਸੀ ਔਰ 6ਵੇਂ ਨਾਲ ਮੈਂ ਇਸੇ ਤਰ੍ਹਾਂ ਰਹਿ ਰਹੀ ਸੀਗੀ। ਉਹਨੇ ਕੁਝ ਵੀ ਨਹੀਂ ਕਿਹਾ, ਉਹਨੇ ਕਿਸੇ ਨੇ ਚੰਗਾਈ ਵਾਸਤੇ ਪ੍ਰਾਰਥਨਾ ਨਹੀਂ ਕੀਤੀ, ਕਿਸੇ ਦੇ ਛੁਟਕਾਰੇ ਵਾਸਤੇ ਪ੍ਰਾਰਥਨਾ ਨਹੀਂ ਕੀਤੀ, ਲੇਕਿਨ ਕੀ ਕੀਤਾ, ਉਹਨੇ ਆਪਣੇ ਜੀਵਨ ਦੀ ਗਵਾਹੀ ਰੱਖ ਦਿੱਤੀ। ਇਹਦਾ ਮਤਲਬ ਕਿ ਜਦ ਲੋਕਾਂ ਨੇ ਦੀ ਗਵਾਹੀ ਨੂੰ ਸੁਣਿਆ ਤੇ ਸੁਣ ਕੇ ਕੀ ਕੀਤਾ, ਲੋਕਾਂ ਨੇ ਵਿਸ਼ਵਾਸ ਕੀਤਾ, ਔਰ ਵਿਸ਼ਵਾਸ ਕਰਕੇ ਉਹ ਲੋਕ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਗਏ। ਮਤਲਬ ਕਿ ਹਰ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਅਗਰ ਜ਼ਿਆਦਾ ਕੁਝ ਨਹੀਂ ਹੈ, ਇੱਕ ਗਵਾਹੀ ਜ਼ਰੂਰ ਹੈ। ਇੱਕ ਗਵਾਹੀ ਕੀ ਹੈ, ਇਨਸਾਨ ਦੇ ਜੀਵਨ ਦੇ ਵਿੱਚ ਜ਼ਰੂਰ ਹੈ ਕਿ ਉਹ ਆਪਣੇ ਜੀਵਨ ਦੀ ਗਵਾਹੀ ਸੱਚਾਈ ਨਾਲ, ਇਮਾਨਦਾਰੀ ਨਾਲ ਅਗਰ ਲੋਕਾਂ ਵਿੱਚ ਦੱਸਦਾ ਹੈਗਾ ਤੇ ਕੀ ਹੈ, ਉਹ ਵੀ ਪਰਮੇਸ਼ਰ ਦਾ ਇੱਕ ਕੰਮ ਹੈ, ਉਹ ਵੀ ਕੀ ਇੱਕ ਪਰਮੇਸ਼ਰ ਦਾ ਕੰਮ ਹੈ। ਅਗਰ ਜੋ ਕੋਈ ਇਨਸਾਨ ਪਰਮੇਸ਼ਰ ਦੀ ਗਵਾਹੀ ਤੋਂ ਸ਼ਰਮਾਉਂਦਾ ਹੈਗਾ, ਅਗਰ ਜੋ ਕੋਈ ਇਨਸਾਨ ਪਰਮੇਸ਼ਰ ਦੀ ਗਵਾਹੀ ਲੋਕਾਂ ਵਿੱਚ ਨਹੀਂ ਦਿੰਦਾ, ਉਸ ਨੂੰ ਪਰਮੇਸ਼ਰ ਕਹਿੰਦੇ ਨੇ ਆਲਸੀ ਹੈ। ਤੂੰ ਉਸ ਨੂੰ ਕੀ ਕਹਿੰਦੇ ਨੇ, ਪਰਮੇਸ਼ਰ ਉਹ ਆਲਸੀ ਹੈ, ਆਲਸੀ ਹੈ। ਔਰ ਲਿਖਿਆਗਾ ਕਿ ਹੇ ਆਲਸੀ ਤੂੰ ਕੀੜੀ ਕੋਲ ਜਾ, ਤੂੰ ਕੀ ਕਰ, ਕੀੜੀ ਕੋਲ ਜਾ, ਉਹਦੇ ਰਾਹ ਵੱਲ ਦੇਖ, ਉਹਦਾ ਕੋਈ ਆਗੂ ਨਹੀਂ ਹੈ, ਉਹਨੂੰ ਕੋਈ ਸਿਖਾਉਣ ਵਾਲਾ ਨਹੀਂ ਹੈ, ਉਹਦਾ ਕੋਈ ਹਾਕਮ ਨਹੀਂ ਹੈ, ਉਹਨੂੰ ਕੋਈ ਸਮਝਾਉਣ ਵਾਲਾ ਨਹੀਂ ਹੈ, ਲੇਕਿਨ ਫਿਰ ਵੀ ਉਹ ਕੀ ਕਰਦੀ ਹੈ, ਆਪਣਾ ਆਹਾਰ ਮਤਲਬ ਆਪਣਾ ਭੋਜਨ ਇਕੱਠਾ ਕਰਦੀ ਹੈ। ਕਾਹਦੇ ਲਈ, ਕਾਹਦੇ ਲਈ ਇਕੱਠਾ ਕਰਦੀ ਹੈ, ਕਿਉਂਕਿ ਜਦ ਕਦੇ ਉਸਨੂੰ ਨਾ ਮਿਲੇ, ਜਦ ਕਦੇ ਉਸਨੂੰ ਨਾ ਮਿਲੇ ਤਾਂ ਕੀ ਕਰੇ, ਉਹ ਉਸ ਤੋਂ ਗੁਜ਼ਾਰਾ ਕਰ ਸਕੇ। ਇਹਦਾ ਮਤਲਬ ਕਿ ਪਰਮੇਸ਼ਵਰ ਨੇ ਹਰ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਇੱਕ ਨਾ ਇੱਕ ਗਵਾਹੀ ਦਿੱਤੀ ਹੋਈ ਹੈ। ਤੁਸੀਂ ਜ਼ਿਆਦਾ ਬਾਈਬਲ ਦਾ ਗਿਆਨ ਨਹੀਂ ਜਾਣਦੇ, ਬਾਈਬਲ ਨਹੀਂ ਜਾਣਦੇ ਤਾਂ ਕੁਛ ਨਹੀਂ,
ਆਪਣੇ ਜੀਵਨ ਦੀ ਗਵਾਹੀ ਦੇ ਦਿਓ, ਆਪਣੇ ਜੀਵਨ ਦੀ ਗਵਾਹੀ ਦੇ ਦਿਓ। ਤੁਹਾਡੀ ਗਵਾਹੀ ਨਾਲ ਕੀ ਹੋ ਜਾਊਗਾ? ਸਾਹਮਣੇ ਵਾਲੇ ਦੇ ਜੀਵਨ ਦੇ ਵਿੱਚ ਕੰਮ ਹੋ ਜਾਏਗਾ। ਬੇਸ਼ੱਕ ਪਰਮੇਸ਼ਰ ਦੇ ਵਚਨ ਦਾ ਗਿਆਨ ਨਹੀਂ ਹੈ, ਬੇਸ਼ੱਕ ਅਨਪੜ੍ਹ ਹੋ, ਬੇਸ਼ੱਕ ਬਾਈਬਲ ਨਹੀਂ ਪੜ੍ਹ ਸਕਦੇ, ਲੇਕਿਨ ਜਿੰਨਾ ਕੁਝ ਤੁਹਾਡੇ ਜੀਵਨ ਦੇ ਵਿੱਚ ਹੋ ਚੁੱਕਿਆ ਹੈਗਾ ਔਰ ਜਿੰਨਾ ਕੁਝ ਤੁਸੀਂ ਅਨੁਭਵ ਕੀਤਾ ਗਾ ਮਸੀਹ ਦੇ ਵਿੱਚ ਆ ਕੇ, ਉਨਾ ਹੀ ਤੁਸੀਂ ਦੱਸ ਦਿਓ ਤੇ ਕੀ ਹੋ ਜਾਏਗਾ? ਸਾਹਮਣੇ ਵਾਲੇ ਦੇ ਜੀਵਨ ਦੇ ਵਿੱਚ ਕੰਮ ਹੋ ਜਾਏਗਾ। ਔਰ ਪ੍ਰਭੂ ਯਿਸੂ ਮਸੀਹ ਨੇ ਵੀ ਮਤਲਬ ਪਰਮੇਸ਼ਵਰ ਨੇ ਵੀ ਇਹੀ ਗੱਲ ਦੱਸੀ। ਕੀ ਦੱਸੀ? ਕਿ ਹੇ ਆਲਸੀ ਤੂੰ ਕੀੜੀ ਕੋਲ ਜਾ। ਮਤਲਬ ਪਰਮੇਸ਼ਵਰ ਵੀ ਇਹੀ ਚਾਹੁੰਦੇ ਨੇ ਕਿ ਮੈਂ ਤੁਹਾਨੂੰ ਚੁਣਿਆਗਾ, ਮੈਂ ਤੁਹਾਨੂੰ ਪਸੰਦ ਕੀਤਾਗਾ। ਕਾਹਦੇ ਲਈ ਪਸੰਦ ਕੀਤਾਗਾ? ਕਿ ਤੁਸੀਂ ਦੂਜੇ ਲੋਕਾਂ ਨੂੰ ਬਚਾ ਲਓ। ਔਰ ਪੜਾਂਗੇ ਆਪਾਂ ਉਪਦੇਸ਼ਕ ਉਹਦਾ 9 ਅਧਿਆਇ ਉਹਦਾ 10 ਵਚਨ। ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹ ਆਪਣੇ ਸਾਰੇ ਜ਼ੋਰ ਨਾਲ ਕਰ। ਤੂੰ ਜੋ ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈ ਕੋਈ ਕੰਮ ਨਾ ਖਿਆਲ ਨਾ ਗਿਆਨ ਨਾ ਬੁੱਧ ਹੈ। ਉੱਚਾ ਸ਼ਾਂਤੀ ਨਾਲ ਪੜੋ, ਕਾਹਲੀ ਨਾ ਕਰੋ। ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਹਾਂ ਉਹ ਆਪਣੇ ਸਾਰੇ ਜ਼ੋਰ ਨਾਲ ਕਰ। ਹੂੰ ਕਿਉਂ ਜੋ ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈ ਕੋਈ ਕੰਮ ਨਾ ਖਿਆਲ ਨਾ ਗਿਆਨ ਨਾ ਬੁੱਧ ਹੈ। ਹਾਂ ਸਾਰੇ ਬੋਲੋ ਹਾਲੇਲੂਇਆ। ਪਰਮੇਸ਼ਰ ਦਾ ਦਾਸ ਲਿਖਦਾਗਾ ਕਿ ਜਿਹੜਾ ਕੰਮ ਤੇਰੇ ਹੱਥ ਲੱਗਦਾਗਾ ਉਹਨੂੰ ਕਰ, ਕਿਉਂਕਿ ਪਤਾਲ ਵਿੱਚ ਮਤਲਬ ਮਰਨ ਤੋਂ ਬਾਅਦ ਕੋਈ ਕੰਮ ਨਹੀਂ ਹੈ, ਕੋਈ ਖਿਆਲ ਨਹੀਂ ਹੈ, ਉੱਥੇ ਕੋਈ ਵੀ ਕੰਮ ਨਹੀਂ ਹੈ। ਜੋ ਕੁਝ ਹੈ ਉਹ ਤਾਂ ਧਰਤੀ ਉੱਪਰ ਹੀ ਹੈ, ਉਹ ਤਾਂ ਜਿਉਂਦੇ ਜੀ ਹੈ। ਕੰਮ ਕਿਹੜਾ? ਕੰਮ ਤਾਂ ਪਰਮੇਸ਼ਰ ਦਾ ਕੰਮ ਹੈਗਾ। ਪਰਮੇਸ਼ਰ ਨੇ ਕੰਮ ਦਿੱਤਾ ਹੈਗਾ ਕਿ ਲੋਕਾਂ ਨੂੰ ਬਚਾਉਣਾ ਹੈਗਾ। ਪਰਮੇਸ਼ਰ ਨੇ ਆਗਿਆ ਦਿੱਤੀ ਹੈ ਕਿ ਲੋਕਾਂ ਨੂੰ ਬਚਾਉਣਾ ਹੈਗਾ। ਅਸੀਂ ਕਹਿ ਸਕਦੇ ਹਾਂ ਪਰਮੇਸ਼ਰ ਸਾਡੇ ਲਈ ਗਿਆਨ ਨਹੀਂ, ਅਸੀਂ ਕਹਿ ਸਕਦੇ ਹਾਂ ਪਰਮੇਸ਼ਰ ਸਾਡੇ ਲਈ ਮਤਲਬ ਬਾਈਬਲ ਨਹੀਂ, ਅਸੀਂ ਬਾਈਬਲ ਪੜ੍ਹ ਨਹੀਂ ਸਕਦੇ, ਅਸੀਂ ਤਾਂ ਅਨਪੜ੍ਹ ਹਾਂ। ਸਹੀ ਦੇ ਵਿੱਚ ਪਰਮੇਸ਼ਰ ਲਈ ਅਸੀਂ ਕੋਈ ਬਹਾਨਾ ਨਹੀਂ ਮਾਰ ਸਕਦੇ। ਕਿਉਂ ਨਹੀਂ ਮਾਰ ਸਕਦੇ? ਕਿਉਂਕਿ ਪਰਮੇਸ਼ਰ ਨੇ ਹਰ ਇੱਕ ਇਨਸਾਨ ਨੂੰ ਕੁਝ ਨਾ ਕੁਝ ਦਿੱਤਾ ਹੋਇਆਗਾ। ਆਰਾਧਨਾ ਕਰਦੇ ਹਾਂ, ਆਰਾਧਨਾ ਕਰਦੇ ਹਾਂ, ਲੇਕਿਨ ਤਾਲੀ ਨਹੀਂ ਵਜਾਉਂਦੇ। ਆਰਾਧਨਾ ਕਰਦੇ ਹਾਂ, ਆਪਣਾ ਗਲਾ ਖੋਲ ਕੇ ਗਾ ਨਹੀਂ ਸਕਦੇ। ਪਰਮੇਸ਼ਰ ਨੇ ਕੀ ਹੈ? ਹੱਥ ਦਿੱਤੇ ਨੇ। ਪਰਮੇਸ਼ਰ ਨੇ ਕੀ ਹੈ? ਆਵਾਜ਼ ਦਿੱਤੀ ਹੈ। ਪਰਮੇਸ਼ਰ ਨੇ ਕੀ? ਤੁਹਾਡੇ ਜੀਵਨ ਦੇ ਵਿੱਚ ਗਵਾਹੀ ਦਿੱਤੀ ਹੈ। ਜਦ ਇਹਦਾ ਇਸਤੇਮਾਲ ਨਹੀਂ ਕਰਦੇ, ਪਰਮੇਸ਼ਰ ਕੀ ਕਹਿੰਦੇ ਨੇ? ਆਲਸੀ ਹੈ, ਤੂੰ ਆਲਸੀ ਹੈ, ਆਰਾਧਨਾ ਨਹੀਂ ਕਰਦਾ ਪਿਆ, ਤਾਲੀ ਨਹੀਂ ਵਜਾਉਂਦਾ, ਮੂੰਹ ਖੋਲ ਕੇ ਗਾਉਂਦਾ ਨਹੀਂ, ਕੀ ਹੈ? ਆਲਸੀ ਹੈ। ਔਰ ਕੀ ਕਹਿੰਦਾ? ਆਲਸੀ ਤੂੰ ਕੀੜੀ ਕੋਲ ਜਾ। ਔਰ ਬਾਈਬਲ ਦੇ ਵਿੱਚ ਆਪਾਂ ਜੋ ਪੜ੍ਹਿਆ ਕਿ ਪਤਾਲ ਦੇ ਵਿੱਚ ਕੋਈ ਕੰਮ ਨਹੀਂ ਹੈ। ਜੋ ਕੰਮ ਹੈ ਉਹ ਕਿੱਥੇ ਹੈ? ਉਹ ਇਸੇ ਉੱਪਰ ਧਰਤੀ ਉੱਪਰ ਹੀ ਹੈ, ਜਿਉਂਦੇ ਜੀ ਕੰਮ। ਇੱਕ ਵਾਰ ਫਿਰ ਉੱਚੀ ਆਵਾਜ਼ ਨਾਲ। ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹ ਆਪਣੇ ਸਾਰੇ ਜ਼ੋਰ ਨਾਲ ਕਰ। ਹਾਂ, ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਸਨੂੰ ਕੀ ਕਰ? ਸਾਰੇ ਜ਼ੋਰ ਨਾਲ ਕਰ। ਹਾਂ, ਕਿਉਂ ਜੋ ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈ ਕੋਈ ਕੰਮ ਨਾ ਖਿਆਲ ਨਾ ਗਿਆਨ ਨਾ ਬੁੱਧ ਹੈ। ਮਤਲਬ ਪਤਾਲ ਦੇ ਵਿੱਚ ਕੋਈ ਕੰਮ ਨਹੀਂ ਹੈ, ਕੋਈ ਖਿਆਲ ਨਹੀਂ ਹੈ। ਹਾਂ, ਨਾ ਹੀ ਉੱਥੇ ਕੋਈ ਗਿਆਨ ਹੈ, ਨਾ ਹੀ ਬੁੱਧ ਹੈ ਉੱਥੇ। ਮਤਲਬ ਜੋ ਕੁਛ ਉਹ ਧਰਤੀ ਉੱਪਰ ਹੀ ਹੈ। ਜਿਹੜਾ ਵੀ ਕੰਮ ਤੁਹਾਨੂੰ ਮਿਲਿਆਗਾ। ਅੱਛਾ, ਕਿੰਨੇ ਲੋਕ ਨੇ ਜਿਹਨਾਂ ਦੇ ਗੈਰ ਜ਼ੁਬਾਨ ਹੈ, ਜੋ ਪਰਾਈ ਭਾਸ਼ਾ ਬੋਲ ਸਕਦੇ ਨੇ? 1 2 3 4 5 6 7 ਜਣੇ ਜੋ ਗੈਰ ਜ਼ੁਬਾਨ ਬੋਲਦੇ ਨੇ, ਜੋ ਪਰਾਈ ਭਾਸ਼ਾ ਬੋਲਦੇ ਨੇ। ਅੱਛਾ, ਹਰ ਰੋਜ਼ ਕੌਣ ਬੋਲਦੇ ਨੇ? ਹਰ ਰੋਜ਼ ਜੋ ਬੋਲਦਾ ਹੋਵੇ? ਕੋਈ ਵੀ ਨਹੀਂ। ਇਹ ਪਰਮੇਸ਼ਰ ਨੇ ਕੀ ਦਿੱਤਾ? ਤੁਹਾਨੂੰ ਵਰਦਾਨ ਦਿੱਤਾ ਹੈਗਾ। ਇਹ ਪਰਮੇਸ਼ਰ ਨੇ ਕੀ ਦਿੱਤਾ? ਤੁਹਾਨੂੰ ਕੰਮ ਦਿੱਤਾ ਹੈਗਾ। ਲੇਕਿਨ ਪਰਮੇਸ਼ਰ ਦਾ ਕੰਮ ਨਹੀਂ ਕਰ ਰਹੇ। ਕੀ ਬਣ ਗਏ? ਆਲਸੀ ਬਣ ਗਏ। ਜਦ ਨਹੀਂ ਸੀ, ਜਦ ਬੜੀ ਇੱਛਾ ਸੀ ਕਿ ਸਾਨੂੰ ਪਰਾਈ ਭਾਸ਼ਾ ਮਿਲ ਜਾਏ, ਸਾਨੂੰ ਗੈਰ ਜ਼ਬਾਨ ਬੋਲਣੀ ਆ ਜਾਏ, ਜਦ ਪਰਮੇਸ਼ਰ ਨੇ ਦੇ ਦਿੱਤੀ ਤੇ ਉਸਨੂੰ ਕੀ ਹੈ? ਦੱਬ ਕੇ ਬਹਿ ਗਏ। ਹੁਣ ਮੈਂ ਨਹੀਂ ਪੁੱਛਾਂਗਾ ਕਿ ਕਿੰਨੇ ਟਾਈਮ ਤੋਂ ਨਹੀਂ ਬੋਲ ਰਹੇ, ਮੈਂ ਨਹੀਂ ਪੁੱਛਾਂਗਾ, ਲੇਕਿਨ ਸਹੀ ਦੇ ਵਿੱਚ ਇਹ ਪਰਮੇਸ਼ਰ ਨੇ ਪਹਿਲਾਂ ਵਾਸਤੇ ਦਿੱਤੀ ਸੀ ਤੁਹਾਨੂੰ ਬੋਲਣ ਦੇ ਲਈ,
ਇਹਦਾ ਕੀ ਕਰੋ? इस्तेमाल करो। अगर इस्तेमाल नहीं कर रहे तो की हो? आलसी हो, आलसी हो। और लिखा बाइबल ਦੇ ਵਿੱਚ यिर्मयाह ਉਹਦਾ 48 ਦੇ ਉਹਦਾ 10 ਵਚਨ ਪੜੋ। ਸ਼ਰਾਬੀ ਹੈ ਉਹ ਜਿਹੜਾ ਯਹੋਵਾ ਦਾ ਕੰਮ ਆਲਸੀ ਨਾਲ ਕਰਦਾ ਹੈ। मतलब शराफी है, शराफी। परमेश्वर का वचन दसदागा ਉਹ ਇਨਸਾਨ ਕੀ ਹੈ? शराफी है, ਜਿਹੜਾ ਕੀ ਕਰਦਾਗਾ? ਯਹੋਵਾ ਦਾ ਕੰਮ ਆਲਸੀ ਨਾਲ ਕਰਦਾਗਾ। परमेश्वर ने ਕੀ ਦਿੱਤਾ ਤੁਹਾਨੂੰ? परमेश्वर ने ਕੀ ਦਿੱਤਾ ਤੁਹਾਨੂੰ? गैर ਜ਼ਬਾਨ ਦਿੱਤੀ। और गैर ਜ਼ਬਾਨ ਕਾਹਦੇ ਲਈ ਹੈ? कि साडा आत्मा परमेश्वर ਨਾਲ ਸਿੱਧੀ ਗੱਲਬਾਤ करे। जब इंसान गैर ਜ਼ਬਾਨ ਬੋਲਦਾਗਾ ਉਸਨੂੰ ਖੁਦ ਨੂੰ ਨਹੀਂ ਪਤਾ ਚੱਲਦਾ कि मैं की बोल रहा गा, लेकिन आत्मा जानदागा कि वो परमेश्वर नाल की गलबात कर रहा गा। परमेश्वर ने काहदे लई दित्ती गैर ਜ਼ਬਾਨ? कि मेरा बेटा मेरी बेटी की करे, मेरे नाल गलबात करे। लेकिन गैर ਜ਼ਬਾਨ बोलने के लिए समय नहीं, इधर समय नहीं है ना, तुहाडे लगे ना समय नहीं है। मोबाइल चलाने का समय है, मोबाइल चलाने का, टीवी देखने का समय है, ऐसे ही कामों वास्ते समा है, होर टाइम खराब करने वास्ते समा है। लेकिन जो परमेश्वर का काम दिता होएगा गैर ਜ਼ਬਾਨ बोलनी, ਉਹਦੇ ਵਾਸਤੇ इंसान के लिए समय ही नहीं। एक बार फिर पढ़ो 48:10। ਸ਼ਰਾਬੀ ਹੈ ਉਹ ਜਿਹੜਾ ਯਹੋਵਾ ਦਾ ਕੰਮ ਆਲਸੀ ਨਾਲ ਕਰਦਾ ਹੈ। मतलब शराफी है वो इंसान जो परमेश्वर का काम दिता होया काम आलसी ना करदागा, सुस्तपने वाला करदागा, वो की है? शराफी है। फिर की लिखा के? ਅਤੇ ਸ਼ਰਾਬੀ ਹੈ ਉਹ ਜਿਹੜਾ ਆਪਣੀ ਤਲਵਾਰ ਨੂੰ ਲਹੂ ਬਹਾਉਣ ਤੋਂ ਰੋਕਦਾ ਹੈ। मतलब अपनी तलवार नूं लहू बहाउण तो रोकदा है। मतलब परमेश्वर के जो वचन ने, परमेश्वर की जो दित्ती साडे जीवन दे विच गवाही है, अगर उसनूं इंसान नहीं इस्तेमाल करदा वो की है? वो भी इंसान शराफी है। ते जिहनूं परमेश्वर शराफी कहण कि वो स्वर्ग विच जाएगा? कि वो इंसान स्वर्ग विच जाएगा? वो इंसान कदे भी स्वर्ग विच नहीं जाएगा, क्योंकि वो की है? वो शराफी है। अज उन्हां लोकां नूं पुछ के देखो जो लोग गैर ਜ਼ਬਾਨ नहीं बोल सकते, उन्होंने अंदर बड़ी इच्छा होती है कि असं गैर ਜ਼ਬਾਨ बोलिया करिए, गैर ਜ਼ਬਾਨ बोलिया करिए। लेकिन परमेश्वर ने दी हुई तुहानूं, तुसीं उसका इस्तेमाल नहीं कर रहे। इस्तेमाल क्यों नहीं कर रहे? टीवी जो समा मिले तां ही है ना, मोबाइल में समा मिले तां ही है ना, होर गप्पा मारन तो समा मिले तां ही है ना, होर टाइम खराब करन तो समा मिले तां ही है ना। परमेश्वर ने काहदे लई दित्ती कि तुसीं उसका इस्तेमाल करो। और गैर ਜ਼ਬਾਨ काहदे लई है? वो तुहाडे अपने लिए है कि तुहाडा आत्मा की करदागा? परमेश्वर के अगे प्रार्थना करदागा, क्योंकि लिखियागा, पढ़ोगा 1 कुरिन्थियों 14 2 वचन। ਜਿਹੜਾ ਪਰਾਈ ਭਾਸ਼ਾ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ਵਰ ਨਾਲ ਬੋਲਦਾ ਹੈ। ਹੁਣ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਜਦ ਇਨਸਾਨ ਪਰਾਈ ਭਾਸ਼ਾ ਬੋਲਦਾਗਾ ਉਹ ਕਿਹਦੇ ਨਾਲ ਨਹੀਂ ਬੋਲਦਾ? ਉਹ ਇਨਸਾਨ ਨਾਲ ਨਹੀਂ ਬੋਲਦਾ। ਕਿਹਦੇ ਨਾਲ ਬੋਲਦਾਗਾ? ਸਿੱਧਾ ਹੀ ਪਰਮੇਸ਼ਵਰ ਨਾਲ ਬੋਲਦਾਗਾ। ਕਿੰਨੇ ਚੰਗੇ ਲੋਕ ਤੁਸੀਂ ਕਿ ਪਰਮੇਸ਼ਵਰ ਨੇ ਤੁਹਾਨੂੰ ਕੀ ਦਿੱਤੀ ਹੈ? ਪਰਾਈ ਭਾਸ਼ਾ ਦਿੱਤੀ ਹੋਈ ਹੈ। ਕਾਹਦੇ ਵਾਸਤੇ? ਕਿ ਮੇਰਾ ਬੇਟੀ मेरी बेटी मेरा बेटा मेरे नाल की करे, सीधी गलबात करे। लेकिन समय ही नहीं है कि पराई भाषा बोल सके। क्यों? सुस्ती बरत रहे हैं, आलसपना कर रहे हैं, आलसपना कर रहे हैं। एक बार फिर पढ़ो। ਜਿਹੜਾ ਪਰਾਈ ਭਾਸ਼ਾ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ਵਰ ਨਾਲ ਬੋਲਦਾ ਹੈ, ਇਸ ਲਈ ਕਿ ਕੋਈ ਨਹੀਂ ਸਮਝਦਾ ਹੈ, पर वो आत्मा विच भेद दीयां गल्लां करदा है। आत्मा विच भेद दीयां गल्लां करदा है। किड्डी वड्डी गल है कि जिहड़ा इंसान पराई भाषा बोले की करदागा? भेद दीयां गल्लां किहदे नाल? परमेश्वर दे नाल। वो परमेश्वर जो सर्वज्ञानी है, वो परमेश्वर जो सर्वव्यापी है, जो सर्वशक्तिमान है। भेद दीयां गल्लां करदा इंसान किहदे नाल? परमेश्वर दे नाल। कदों करदागा? कि जद दिते हुए परमेश्वर दे वरदान नूं इस्तेमाल करे। परमेश्वर ने दिता का काम कि मेरे बेटे मेरी बेटी मैं तेन पराई भाषा दी है, मैं जब भी गलबात करनी है मेरे नाल गलबात कर। किहदे विच रह के? पराई भाषा विच रह के मेरे नाल गलबात कर। ते मैं तू मेरे तो जो मंगनागा
ਤੈਨੂੰ ਜੋ ਜੋ ਪ੍ਰਾਰਥਨਾ ਕਰਨੀ ਹੈ, ਕਿਵੇਂ ਪ੍ਰਾਰਥਨਾ ਕਰਨੀ ਹੈ, ਮੈਂ ਤੈਨੂੰ ਸਿਖਾਵਾਂਗਾ। ਕਿਉਂਕਿ ਜੋ ਤੈਨੂੰ ਮੈਂ ਵਰਦਾਨ ਦਿੱਤਾ ਹੈ ਪਰਾਈ ਭਾਸ਼ਾ ਦਾ, ਉਹ ਕੀ ਹੈ? ਭੇਤ ਦੀਆਂ ਗੱਲਾਂ ਕਰੇਗਾ। ਲੇਕਿਨ ਇਨਸਾਨ ਉਹ ਆਲਸੀ ਬਣ ਚੁੱਕਿਆ ਗਾ, ਉਹ ਸੁਸਤ ਬਣ ਚੁੱਕਿਆ ਗਾ। ਪਰ ਲਿਖਿਆ ਬਾਈਬਲ ਦੇ ਵਿੱਚ ਕਿ ਸਰਾਫੀ ਉਹ ਇਨਸਾਨ ਜੋ ਪਰਮੇਸ਼ਰ ਦੇ ਕੰਮ ਨੂੰ ਆਲਸੀ ਨਾਲ ਕਰਦਾ ਗਾ। ਸਰਾਫੀ ਉਹ ਇਨਸਾਨ। ਪਰਮੇਸ਼ਰ ਨੇ ਕੰਮ ਦਿੱਤਾ ਗਾ ਕਿ ਇਹ ਲੋਕ ਕੀ ਨੇ? ਇਹ ਲੋਕ ਸਾਰੇ ਸ਼ੈਤਾਨ ਦੇ ਵੱਸ ਵਿੱਚ ਪਏ ਹੋਏ ਨੇ। ਇਹ ਲੋਕ ਕੀ ਨੇ? ਇਹ ਦੁਸ਼ਟ ਦੇ ਵੱਸ ਵਿੱਚ ਪਏ ਹੋਏ ਨੇ। ਇਹਨਾਂ ਨੂੰ ਬਚਾਉਣਾ ਗਾ, ਇਹਨਾਂ ਨੂੰ ਛੁਡਾਉਣਾ ਗਾ। ਇਸ ਕਰਕੇ ਪਰਮੇਸ਼ਰ ਨੇ ਕਈਆਂ ਨੂੰ ਕੀ ਦਿੱਤਾ ਗਾ? ਇਹ ਵਰਦਾਨ ਦਿੱਤਾ ਗਾ ਕਿ ਉਹ ਪ੍ਰਾਰਥਨਾ ਕਰੇ, ਉਹਦੀ ਪ੍ਰਾਰਥਨਾ ਨਾਲ ਕੀ ਹੋ ਜਾਊਗਾ? ਇਨਸਾਨ ਚੰਗਾ ਹੋ ਜਾਊਗਾ। ਪਰਮੇਸ਼ਰ ਨੇ ਦਿੱਤਾ ਗਾ ਕਈਆਂ ਨੂੰ ਕਿ ਤੁਹਾਡੇ ਜੀਵਨ ਦੇ ਵਿੱਚ ਇੱਕ ਗਵਾਹੀ ਹੈ ਕਿ ਤੁਹਾਡੀ ਗਵਾਹੀ ਸੁਣ ਕੇ ਲੋਕ ਕੀ ਹੋ ਜਾਣਗੇ? ਉਹ ਬਚਾਏ ਜਾਣਗੇ। ਸਾਮਰੀ ਔਰਤ ਦੀ ਗੱਲ ਕਰੀਏ, ਮੈਂ ਕਈ ਵਾਰ ਪਹਿਲਾਂ ਦੱਸ ਸਕੇਗਾ। ਸਾਮਰੀ ਔਰਤ ਦੇ ਜੀਵਨ ਦੇ ਵਿੱਚ ਕਿਹੜਾ ਕੋਈ ਵੱਡਾ ਚਮਤਕਾਰ ਹੋਇਆ ਸੀਗਾ? ਜਾਂ ਕਿਹੜੀ ਉਹਨੂੰ ਕੋਈ ਬਿਮਾਰੀ ਸੀ, ਜਾਂ ਫਿਰ ਕਿਹੜਾ ਉਹਦਾ ਕਰਜ਼ਾ ਚਲਾ ਗਿਆ ਸੀਗਾ? ਉਹਦੇ ਜੀਵਨ ਦੇ ਵਿੱਚ ਐਸਾ ਕੋਈ ਚਮਤਕਾਰ ਹੋਇਆ ਹੀ ਨਹੀਂ ਸੀ। ਲੇਕਿਨ ਇੱਕ ਗਵਾਹੀ ਹੋਈ ਸੀ ਉਹਦੇ ਜੀਵਨ ਦੇ ਵਿੱਚ, ਔਰ ਉਹੀ ਗਵਾਹੀ ਜਾ ਕੇ ਉਹਨੇ ਪਿੰਡ ਵਿੱਚ ਸੁਣਾ ਦਿੱਤੀ। ਉਹੀ ਗਵਾਹੀ ਜਾ ਕੇ ਸਾਮਰੀ ਔਰਤ ਨੇ ਪਿੰਡ ਵਿੱਚ ਸੁਣਾ ਦਿੱਤੀ। ਮਤਲਬ ਹਰ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਘੱਟੋ ਘੱਟ ਇੱਕ ਕੰਮ ਤਾਂ ਹੈ ਹੀ ਹੈ ਜੋ ਪਰਮੇਸ਼ਵਰ ਨੇ ਦਿੱਤਾ ਹੋਇਆਗਾ। ਪਰਮੇਸ਼ਵਰ ਨੇ ਦਿੱਤਾ ਹੋਇਆਗਾ। ਔਰ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆਗਾ ਤੇ ਤੁਹਾਨੂੰ ਠਹਿਰਾਇਆਗਾ। ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਨੇ ਇਨਸਾਨ ਨੂੰ ਦਿੱਤਾ ਕੁਝ ਨਾ ਕੁਝ, ਉਹਦਾ ਇਸਤੇਮਾਲ ਕਰਨਾ ਨਾ ਕਰਨਾ ਉਹ ਇਨਸਾਨ ਦੇ ਹੱਥ ਵਿੱਚ ਹੈ। ਅਗਰ ਉਹ ਇਸਤੇਮਾਲ ਕਰਦਾਗਾ ਤੇ ਸਹੀ ਦੇ ਵਿੱਚ ਪਰਮੇਸ਼ਵਰ ਉਸ ਨੂੰ ਬਹੁਤ ਪਿਆਰ ਕਰਦੇ ਨੇ। ਅਗਰ ਉਹ ਇਸਤੇਮਾਲ ਕਰਦਾਗਾ ਤੇ ਪਰਮੇਸ਼ਵਰ ਉਸ ਨੂੰ ਹੋਰ ਕੁਝ ਵੀ ਦੇਣਗੇ। ਔਰ ਲਿਖਿਆਗਾ, ਹੇ ਆਲਸੀ ਤੂੰ ਕੀੜੀ ਕੋਲ ਜਾ। ਉਹ ਯਤਨ ਕਰਦੀ ਹੈ ਕਿ ਆਪਣੇ ਲਈ ਭੋਜਨ ਇਕੱਠਾ ਕਰ ਸਕੇ, ਉਹ ਕੋਸ਼ਿਸ਼ ਕਰਦੀ ਹੈ ਕਿ ਆਪਣੇ ਲਈ ਭੋਜਨ ਇਕੱਠਾ ਕਰ ਸਕੇ। ਬੇਸ਼ੱਕ ਇੱਕ ਕਣਕ ਦਾ ਦਾਣਾ, ਇੱਕ ਚੌਲ ਦਾ ਦਾਣਾ ਉਸਦੇ ਸਰੀਰ ਤੋਂ ਕਾਫੀ ਵੱਡਾ ਗਾ, ਲੇਕਿਨ ਉਹ ਉਸਨੂੰ ਖਿੱਚਣ ਦੇ ਵਿੱਚ ਲੱਗੀ ਰਹਿੰਦੀ ਹੈ ਜਦ ਤੱਕ ਉਸਨੂੰ ਆਪਣੇ ਮੰਜ਼ਿਲ ਤੱਕ ਨਾ ਪਹੁੰਚਾ ਲਵੇ। ਲੇਕਿਨ ਅੱਜ 2-2 ਸਾਲ ਹੋ ਗਏ, 5-5 ਸਾਲ ਹੋ ਗਏ, ਪਰਾਈ ਭਾਸ਼ਾ ਦੇ ਦਿੱਤੀ ਪਰਮੇਸ਼ਵਰ ਨੇ, ਉਸ ਤੋਂ ਬਾਅਦ ਲੈ ਕੇ ਰੱਖ ਲਿਆ, ਉਹਦਾ ਇਸਤੇਮਾਲ ਹੀ ਨਹੀਂ ਕਰਨਾ। ਪਰਮੇਸ਼ਵਰ ਨੇ ਸੁਣੋ, ਪਰਮੇਸ਼ਵਰ ਨੇ ਤੁਹਾਨੂੰ ਬਚਾ ਲਿਆ, ਲੇਕਿਨ ਸੋਚਦੇ ਹੋ ਅਸੀਂ ਬਚ ਗਏ, ਹੁਣ ਸਾਨੂੰ ਲੋੜ ਹੀ ਨਹੀਂ। ਅਸੀਂ ਬਪਤਿਸਮਾ ਲੈ ਲਿਆ, ਅਸੀਂ ਪਾਪਾਂ ਦੀ ਮਾਫੀ ਲੈ ਲਈ, ਅਸੀਂ ਪਵਿੱਤਰ ਆਤਮਾ ਦਾ ਦਾਨ ਪਾ ਲਿਆ, ਹੁਣ ਸਾਨੂੰ ਕੀ ਹੈ? ਕੋਈ ਬਚੇ ਚਾਹੇ ਨਾ ਬਚੇ। ਲੇਕਿਨ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ, ਵਰਦਾਨ ਦਿੱਤਾ, ਪਰਮੇਸ਼ਵਰ ਨੇ ਤੁਹਾਨੂੰ ਪਵਿੱਤਰ ਆਤਮਾ ਦਿੱਤਾ, ਪਰਮੇਸ਼ਵਰ ਨੇ ਤੁਹਾਨੂੰ ਚੰਗਾਈ ਦੇ ਵਰਦਾਨ ਦਿੱਤੇ, ਤੁਹਾਡੇ ਜੀਵਨ ਦੇ ਵਿੱਚ ਗਵਾਹੀ ਦਿੱਤੀ। ਉਹਦਾ ਕਾਰਨ ਕੀ ਸੀ? ਕਿ ਤੁਸੀਂ ਉਸਦਾ ਇਸਤੇਮਾਲ ਕਰੋ। ਪਰਮੇਸ਼ਵਰ ਨੇ ਇਸ ਲਈ ਦਿੱਤਾਗਾ। ਅੱਜ ਪਰਾਈ ਭਾਸ਼ਾ ਬੋਲਣ ਦੇ ਲਈ ਲੋਕਾਂ ਨੂੰ ਸਮਾਂ ਹੀ ਨਹੀਂ ਹੈ। ਬਾਈਬਲ ਦੇ ਵਿੱਚ ਲਿਖਿਆ ਪਰਾਈ ਭਾਸ਼ਾ ਬੋਲਣੀ ਹੈ ਤਾਂ ਘਰ ਦੇ ਵਿੱਚ ਆਪਣਾ ਬੂਹਾ ਬੰਦ ਕਰ, ਉੱਥੇ ਬੋਲ, ਜਾਂ ਫਿਰ 2 ਜਾਂ 3 ਹੋ ਤੁਸੀਂ ਉੱਥੇ ਬੋਲੋ, ਔਰ ਉਹਦੇ ਵਿੱਚ ਵੀ ਇੱਕ ਜਣਾ ਅਰਥ ਕਰਨ ਵਾਲਾ ਹੋਵੇ, ਨਹੀਂ ਤਾਂ ਫਿਰ ਇਕੱਲਾ ਬੈਠ ਕੇ ਬੋਲ ਪਰਾਈ ਭਾਸ਼ਾ। ਕਿਉਂ? ਕਿਉਂਕਿ ਜਦ ਤੂੰ ਪਰਾਈ ਭਾਸ਼ਾ ਬੋਲਦਾਗਾ ਤੇਰਾ ਆਤਮਾ ਕੀ ਕਰਦਾਗਾ? ਪਰਮੇਸ਼ਵਰ ਨਾਲ ਗੱਲਾਂ ਕਰਦਾਗਾ। ਕਿਹੜੇ ਗੱਲਾਂ ਕਰਦਾਗਾ? ਭੇਤਾਂ ਦੀਆਂ ਗੱਲਾਂ ਕਰਦਾਗਾ। ਲੇਕਿਨ ਇਨਸਾਨ ਦੇ ਕੋਲ ਉਹ ਸਮਾਂ ਹੀ ਨਹੀਂ ਹੈ। ਬਸ ਏਦਾਂ ਗਾ, ਬੰਦਗੀ ਵਿੱਚ ਜਾ ਕੇ ਜ਼ਰੂਰ ਬੋਲਣਗੇ, ਉਹ ਵੀ ਕਾਹਦੇ ਲਈ? ਇੱਕ ਦੂਜੇ ਨੂੰ ਦੱਸਣ ਦੇ ਲਈ। ਸਹੀ ਦੇ ਵਿੱਚ ਪਰਮੇਸ਼ਵਰ ਨੇ ਇਨਸਾਨ ਨੂੰ ਦਿੱਤਾਗਾ ਕਿ ਤੂੰ ਇਹਦਾ ਇਸਤੇਮਾਲ ਕਰ। ਪਰਮੇਸ਼ਵਰ ਨੇ ਤੁਹਾਡੇ ਜੀਵਨ ਦੇ ਵਿੱਚ ਗਵਾਹੀ ਦਿੱਤੀ ਹੈ ਕਿ ਤੂੰ ਇਹਦਾ ਇਸਤੇਮਾਲ ਕਰ। ਗਵਾਹੀ ਇਹ ਨਹੀਂ ਹੈ ਕਿ ਪਰਮੇਸ਼ਵਰ ਨੇ ਮੈਨੂੰ ਬਿਮਾਰੀ ਵਿੱਚੋਂ ਬਾਹਰ ਕੱਢ ਲਿਆ। ਠੀਕ ਹੈ, ਪਰਮੇਸ਼ਵਰ ਨੇ ਕੰਮ ਕੀਤਾ ਜੀਵਨ ਦੇ ਵਿੱਚ। ਗਵਾਹੀ ਇਹ ਨਹੀਂ ਹੈ ਕਿ ਮੇਰੇ ਘਰ ਦੇ ਵਿੱਚ ਗੱਡੀ ਆ ਗਈ। ਗਵਾਹੀ ਇਹ ਨਹੀਂ ਹੈ ਕਿ ਮੇਰੇ ਉੱਪਰ ਕਰਜ਼ਾ ਸੀਗਾ, ਉਹ ਕਰਜ਼ਾ ਉਤਰ ਗਿਆ। ਗਵਾਹੀ ਇਹ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਕੀ ਕੀਤਾਗਾ। ਔਰ ਤੁਸੀਂ ਜਾ ਕੇ ਕਿੰਨੇ ਲੋਕਾਂ ਨੂੰ ਪਰਮੇਸ਼ਵਰ ਦਾ ਸੰਦੇਸ਼ ਦੱਸਿਆਗਾ, ਕਿੰਨੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਬਾਰੇ ਦੱਸਿਆਗਾ ਤੁਸੀਂ ਨੇ। ਗਵਾਹੀ ਤਾਂ ਅਸਲ ਵਿੱਚ ਇਹ ਹੈ ਜੋ ਗਵਾਹੀ ਸਾਮਰੀ ਔਰਤ ਨੇ ਦੱਸੀ ਜਾ ਕੇ। ਗਵਾਹੀ ਤਾਂ ਇਹ ਹੈ, ਇਹ ਕੋਈ ਗਵਾਹੀ ਨਹੀਂ ਕਿ ਮੈਂ ਫਲਾਣੀ ਜਗ੍ਹਾ ਗਿਆ, ਪਰਮੇਸ਼ਵਰ ਸੰਭਾਲ ਕੇ ਲੈ ਗਿਆ, ਸੰਭਾਲ ਕੇ ਵਾਪਸ ਲੈ ਕੇ ਆਏ। ਠੀਕ ਹੋ, ਪਰਮੇਸ਼ਵਰ ਲੈ ਕੇ ਜਾਂਦੇ ਨੇ, ਪਰਮੇਸ਼ਵਰ ਵਾਪਸ ਲੈ ਕੇ ਆਉਂਦੇ ਨੇ,
ਲੇਕਿਨ ਗਵਾਹੀ ਕੀ ਹੈ ਕਿ ਜੋ ਤੁਹਾਡੇ ਜੀਵਨ ਦੇ ਵਿੱਚ ਹੋਇਆਗਾ, ਜੋ ਤੁਹਾਡੇ ਕੋਲ ਹੈ, ਹੋ ਸਕਦਾ ਤੁਹਾਡੇ ਕੋਲ ਪਰਮੇਸ਼ਵਰ ਨੇ ਤੁਹਾਨੂੰ ਚੰਗਾਈ ਦਾ ਵਰਦਾਨ ਦਿੱਤਾ ਹੋਵੇ, ਅਗਰ ਤੁਸੀਂ ਉਹਦਾ ਇਸਤੇਮਾਲ ਹੀ ਨਹੀਂ ਕਰ ਰਹੇ ਤੇ ਫਾਇਦਾ ਕੀ ਹੋਗਾ? ਪਰਮੇਸ਼ਵਰ ਨੇ ਤੁਹਾਨੂੰ ਚੰਗੀ ਆਵਾਜ਼ ਦਿੱਤੀ ਹੈ ਕਿ ਤੁਸੀਂ ਪਰਮੇਸ਼ਵਰ ਦੀ ਆਰਾਧਨਾ ਕਰ ਸਕੋ, ਅਗਰ ਤੁਸੀਂ ਪਰਮੇਸ਼ਵਰ ਦੀ ਆਰਾਧਨਾ ਲਈ ਆਪਣਾ ਗਲਾ ਨਹੀਂ ਖੋਲ ਰਹੇ ਤੇ ਫਾਇਦਾ ਕੀ ਹੈ? ਉਸ ਨੂੰ ਕੀ ਕਹਿੰਦੇ ਨੇ? ਪਰਮੇਸ਼ਵਰ ਆਲਸੀ ਕਹਿੰਦੇ ਨੇ, ਜੋ ਪਰਮੇਸ਼ਵਰ ਦਾ ਕੰਮ ਸਹੀ ਤਰ੍ਹਾਂ ਨਹੀਂ ਕਰਦਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਲਿਖਿਆ ਬਾਈਬਲ ਦੇ ਵਿੱਚ, ਆਪਾਂ ਪੜ੍ਹਿਆ ਨਾ, ਇੱਕ ਵਾਰ ਫਿਰ ਪੜ੍ਹੋ। ਆਪਣੇ ਉਪਦੇਸ਼ਕ ਉਹਦਾ 9 ਦੇ ਉਹਦਾ 10 ਵਚਨ। ਜਲਦੀ। ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹ ਆਪਣੇ ਸਾਰੇ ਜ਼ੋਰ ਨਾਲ ਕਰ। ਮਤਲਬ ਜਿਹੜਾ ਕੰਮ ਤੇਰੇ ਹੱਥ ਲੱਗਿਆ ਹੋਇਆ ਹੈਗਾ, ਪਰਮੇਸ਼ਵਰ ਨੇ ਤੁਹਾਨੂੰ ਪਰਾਈ ਭਾਸ਼ਾ ਦਿੱਤੀ ਹੈ, ਉਹਨੂੰ ਬੋਲੋ, ਹਰ ਵਾਰ ਬੋਲੋ। ਪਰਮੇਸ਼ਵਰ ਨੇ ਤੁਹਾਡੇ ਜੀਵਨ ਦੇ ਵਿੱਚ ਚੰਗਾਈ ਦਾ ਵਰਦਾਨ ਦਿੱਤਾ ਹੋਇਆ, ਉਹਦਾ ਇਸਤੇਮਾਲ ਕਰੋ। ਕੋਈ ਤੁਹਾਨੂੰ ਮਿਲਦਾ ਹੈ ਬਿਮਾਰ, ਉਹਨੂੰ ਦੱਸੋ ਕਿ ਮੇਰਾ ਪ੍ਰਭੂ ਯਿਸੂ ਮਸੀਹ ਇਹ ਬਿਮਾਰੀ ਦੂਰ ਕਰ ਸਕਦਾ ਹੈਗਾ, ਮੇਰੇ ਪ੍ਰਭੂ ਯਿਸੂ ਮਸੀਹ ਮੈਨੂੰ ਵਰਦਾਨ ਦਿੱਤਾ ਹੈਗਾ ਕਿ ਮੈਂ ਜਿਹਦੇ ਲਈ ਪ੍ਰਾਰਥਨਾ ਕਰਾਂ ਉਹ ਪ੍ਰਾਰਥਨਾ ਨਾਲ ਚੰਗਾ ਹੋ ਜਾਂਦਾ ਹੈਗਾ, ਉਹਦਾ ਇਸਤੇਮਾਲ ਕਰੋ। ਪ੍ਰਭੂ ਯਿਸੂ ਮਸੀਹ ਨੇ ਦਿੱਤਾ ਤੁਹਾਨੂੰ ਵਰਦਾਨ। ਅਗਰ ਤੁਹਾਡੇ ਜੀਵਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕੋਈ ਐਡਾ ਕੰਮ ਕੀਤਾ ਗਾ, ਉਹ ਆਪਣੇ ਜੀਵਨ ਦੀ ਗਵਾਹੀ ਦਿਓ। ਮਤਲਬ ਜੋ ਕੰਮ ਤੁਹਾਡੇ ਹੱਥ ਲੱਗਿਆਗਾ ਉਹਨੂੰ ਕੀ ਕਰੋ? ਪੂਰੇ ਜ਼ੋਰ ਨਾਲ ਕਰੋ, ਪੂਰੀ ਸੱਚਾਈ ਨਾਲ ਕਰੋ, ਪੂਰੀ ਇਮਾਨਦਾਰੀ ਨਾਲ ਕਰੋ। ਫਿਰ ਅੱਗੇ, ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹ ਆਪਣੇ ਸਾਰੇ ਜ਼ੋਰ ਨਾਲ ਕਰ, ਕਿਉਂ ਜੋ ਕਤਾਰ ਵਿੱਚ ਜਿੱਥੇ ਤੂੰ ਜਾਂਦਾ ਹੈ ਕੋਈ ਕੰਮ ਨਾ ਖਿਆਲ ਨਾ ਗਿਆਨ ਹਾਂ, ਨਾ ਬੁੱਧ। ਮਤਲਬ ਮਰਨ ਤੋਂ ਬਾਅਦ ਕੋਈ ਕੰਮ ਨਹੀਂ ਹੈ। ਕੰਮ ਕੌਣ ਹੈ? ਕੰਮ ਕਦੋਂ? ਕੰਮ ਤਾਂ ਹੋਣਾ ਹੀ ਹੈ। ਕੰਮ ਹੈ ਜੋ ਉਹ ਤਾਂ ਹੁਣ ਕਰਨਾਗਾ, ਜਿਉਂਦੇ ਜੀ ਕਰਨਾਗਾ। ਪਰਮੇਸ਼ਰ ਦੇਖਦੇ ਨੇ, ਪਰਮੇਸ਼ਰ ਚਾਹੁੰਦੇ ਨੇ ਕਿ ਜੋ ਕੰਮ ਕਰਨਾਗਾ ਉਹ ਜਿਉਂਦੇ ਜੀ ਕਰ। ਉਹਦੇ ਲਈ ਪਰਮੇਸ਼ਰ ਨੇ ਸਭ ਕੁਝ ਦਿੱਤਾ ਹੋਇਆ, ਇਨਸਾਨ ਨੂੰ ਗਵਾਹੀ ਦਿੱਤੀ ਹੈ, ਚਮਤਕਾਰ ਕਰਨ ਦੇ ਲਈ ਵਰਦਾਨ ਦਿੱਤਾ ਹੋਇਆਗਾ, ਮਤਲਬ ਆਰਾਧਨਾ ਕਰਨ ਦੇ ਲਈ ਪਰਮੇਸ਼ਰ ਨੇ ਗਲਾ ਦਿੱਤਾ ਹੋਇਆਗਾ, ਤਾਲੀ ਵਜਾਉਣ ਦੇ ਲਈ ਪਰਮੇਸ਼ਰ ਨੇ ਹੱਥ ਦਿੱਤੇ ਹੋਏ ਨੇ। ਮਤਲਬ ਜੋ ਕੁਝ ਵੀ ਹੈ ਪਰਮੇਸ਼ਰ ਨੇ ਸਭ ਕੁਝ ਦਿੱਤਾ ਹੋਇਆਗਾ। ਲੇਕਿਨ ਇਨਸਾਨ ਕੀ ਹੈ? ਇੱਕ ਵਾਰ ਵਰਦਾਨ ਲੈ ਲਿਆ, ਇੱਕ ਵਾਰ ਪਰਾਈ ਭਾਸ਼ਾ ਲੈ ਲਈ, ਉਸ ਤੋਂ ਬਾਅਦ ਉਸਨੂੰ ਦੱਬ ਕੇ ਬੈਠ ਗਿਆ, ਉਸਦਾ ਇਸਤੇਮਾਲ ਨਹੀਂ ਕਰ ਰਿਹਾ। ਔਰ ਪਰਮੇਸ਼ਰ ਕੀ ਕਹਿੰਦੇ ਨੇ ਕਿ ਜੋ ਪਰਮੇਸ਼ਰ ਦਾ ਕੰਮ ਆਲਸੀ ਨਾਲ ਕਰਦਾ ਗਾ ਉਹ ਕੀ ਹੈ? ਉਹ ਸਰਾਫੀ ਹੈ। ਮਤਲਬ ਐਸੇ ਇਨਸਾਨ ਨੂੰ ਪਰਮੇਸ਼ਰ ਕੀ ਕਹਿੰਦੇ ਨੇ? ਸਰਾਫੀ ਕਹਿੰਦੇ ਨੇ। ਮਤਲਬ ਜੋ ਇਨਸਾਨ ਪਰਮੇਸ਼ਰ ਦਾ ਕੰਮ, ਹਾਂ, ਜੋ ਇਨਸਾਨ ਪਰਮੇਸ਼ਰ ਦਾ ਦਿੱਤਾ ਹੋਇਆ ਕੰਮ ਨਹੀਂ ਕਰਦਾ, ਉਸ ਨੂੰ ਪਰਮੇਸ਼ਰ ਕਹਿੰਦੇ ਨੇ ਆਲਸੀ ਹੈ। ਆਲਸੀ ਹੈ ਇਨਸਾਨ। ਔਰ ਸਹੀ ਦੇ ਵਿੱਚ ਆਲਸ ਕੀ ਹੈ? ਉਹ ਇੱਕ ਪਾਪ ਹੈ। ਆਲਸੀ ਇੱਕ ਪਾਪ ਹੈ, ਔਰ ਪਾਪ ਪਰਮੇਸ਼ਰ ਨੂੰ ਪਸੰਦ ਨਹੀਂ ਹੈ। ਪਾਪ ਕੀ ਹੈ? ਉਹ ਪਰਮੇਸ਼ਰ ਨੂੰ ਪਸੰਦ ਨਹੀਂ ਹੈ। ਕਦੇ ਸੋਚ ਕੇ ਦੇਖੋ, ਤੁਹਾਡੇ ਜੀਵਨ ਦੇ ਵਿੱਚ ਇੱਕ ਨਾ ਇੱਕ ਗਵਾਹੀ ਜ਼ਰੂਰ ਹੈ ਹੀ ਹੈ। ਉਹ ਤੁਹਾਡੇ ਵਿਸ਼ਵਾਸ ਦੀ ਗਵਾਹੀ ਹੈ ਕਿ ਤੁਸੀਂ ਇਸ ਦੇ ਉੱਪਰ ਵਿਸ਼ਵਾਸ ਕੀਤਾ ਔਰ ਤੁਹਾਡੇ ਜੀਵਨ ਦੇ ਵਿੱਚ ਕੀ ਹੋਇਆ। ਬਸ ਇਹੀ ਗਵਾਹੀ ਤੁਹਾਡੇ ਲਈ ਬਹੁਤ ਹੈ। ਅਗਰ ਪਰਮੇਸ਼ਰ ਨੇ ਤੁਹਾਨੂੰ ਹੋਰ ਵਰਦਾਨ ਦਿੱਤੇ ਆ ਤੇ ਉਸ ਦਾ ਇਸਤੇਮਾਲ ਕਰੋ। ਅਗਰ ਹੋਰ ਵਰਦਾਨ ਨਹੀਂ ਹੈਗੇ ਤਾਂ ਸਹੀ ਵਿੱਚ ਆਪਣੇ ਜੀਵਨ ਦੀ ਗਵਾਹੀ ਹੈ ਜੋ ਤੁਹਾਡੇ ਜੀਵਨ ਦੇ ਵਿੱਚ ਜੋ ਸੱਚੀ ਹੈ, ਉਸ ਦਾ ਇਸਤੇਮਾਲ ਕਰੋ। ਅਗਰ ਉਸ ਦਾ ਇਸਤੇਮਾਲ ਨਹੀਂ ਕਰ ਰਹੇ ਤੇ ਕੀ ਹੋ? ਆਲਸੀ ਹੋ। ਔਰ ਆਲਸੀ ਨੂੰ ਪਰਮੇਸ਼ਰ ਸਰਾਫੀ ਕਹਿੰਦੇ ਨੇ। ਔਰ ਕੋਈ ਵੀ ਸਰਾਫੀ ਉਹ ਪਰਮੇਸ਼ਰ ਦੇ ਸਵਰਗ ਵਿੱਚ ਨਹੀਂ ਜਾਏਗਾ। ਔਰ ਅੱਜ ਆਪਾਂ ਜੋ ਵਚਨ ਪੜ੍ਹਿਆ ਪਰਮੇਸ਼ਰ ਦਾ, ਮੱਤੀ ਆਪਾਂ ਪੜ੍ਹਿਆ 25 ਦਾ, ਉਹਦਾ 14 ਤੋਂ ਲੈ ਕੇ 30 ਤੱਕ, ਉੱਥੇ ਪ੍ਰਭੂ ਯਿਸੂ ਮਸੀਹ ਨੇ ਇੱਕ ਗੱਲ ਕੀਤੀ। ਔਰ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਪ੍ਰਭੂ ਯਿਸੂ ਮਸੀਹ ਨੇ ਗੱਲ ਕੀਤੀ ਕਿ ਇੱਕ ਇਨਸਾਨ ਸੀ। ਇਨਸਾਨ ਮਤਲਬ ਇੱਕ ਐਸਾ ਇਨਸਾਨ ਸੀਗਾ ਕਿ ਜਿਸਨੇ ਪ੍ਰਦੇਸ਼ ਜਾਣਾ ਸੀ। ਪ੍ਰਦੇਸ਼ ਜਾਣਾ ਸੀਗਾ, ਉਸਨੇ ਕੀ ਕੀਤਾ? ਆਪਣੇ ਨੌਕਰਾਂ ਨੂੰ ਕੋਲ ਬੁਲਾਇਆ। ਇੱਕ ਨੂੰ 5 ਤੋੜੇ ਦਿੱਤੇ, ਇੱਕ ਨੂੰ 2, ਇੱਕ ਨੂੰ 1। ਅੱਜ ਦੇ ਕੇ ਉਹਨਾਂ ਨੂੰ ਉਹ ਪ੍ਰਦੇਸ਼ ਚਲਾ ਗਿਆ। ਤੇ ਜਿਹਦੇ ਨਾਲ 5 ਤੋੜੇ ਸੀਗੇ ਉਸਨੇ ਜਾ ਕੀ ਕੀਤਾ? ਉਹਦੇ ਨਾਲ ਵਣਜ ਵਪਾਰ ਕੀਤਾ, ਆਪਣਾ ਕੰਮਕਾਰ ਕੀਤਾ। ਔਰ ਜਿਹਦੇ 2 ਸੀਗੇ ਉਹਨੇ ਵੀ ਜਾ ਕੇ ਕੀ ਕੀਤਾ? ਉਹਨੇ ਵੀ ਵਪਾਰ ਕੀਤਾ, ਉਹਨੇ ਵੀ ਜਾ ਕੇ ਮਤਲਬ ਆਪਣਾ ਕਾਰੋਬਾਰ ਕੀਤਾ 2 ਨਾਲ। ਔਰ ਇੱਕ ਲਵੇ ਇੱਕ ਸੀਗਾ, ਉਸਨੇ ਜਾ ਕੇ ਕੀ ਕੀਤਾ?
ਜਾ ਕੇ ਧਰਤੀ ਪੁੱਟੀ, ਡੂੰਘਾ ਟੋਆ ਪੁੱਟਿਆ, ਉਹਦੇ ਵਿੱਚ ਜਾ ਕੇ ਉਹਨੂੰ ਦਫਨ ਕਰ ਦਿੱਤਾ। ਕੁਝ ਸਮਾਂ ਲੰਘਿਆ, ਉਹ ਮਾਲਕ ਵਾਪਸ ਆਇਆ। ਉਹ ਮਾਲਕ ਜਦੋਂ ਵਾਪਸ ਆਇਆ ਤੇ ਉਸਨੇ ਆ ਕੇ ਹਿਸਾਬ ਮੰਗਿਆ। ਹਾਂ ਵੀ ਆਜੋ ਤਿੰਨੇ, ਮੈਂ ਤੁਹਾਨੂੰ ਕੁਝ ਦੇ ਕੇ ਗਿਆ ਸੀਗਾ। ਜਿਹੜਾ 5 ਵਾਲਾ ਸੀਗਾ ਉਸਨੂੰ ਪੁੱਛਿਆ, ਮੈਂ ਤੈਨੂੰ 5 ਤੋੜੇ ਦੇ ਗਿਆ ਸੀਗਾ। ਉਹ ਕਹਿੰਦਾ ਹਾਂ ਸਾਹਿਬ ਜੀ, ਤੁਸੀਂ ਮੈਨੂੰ 5 ਤੋੜੇ ਦੇ ਕੇ ਗਏ ਸੀਗੇ। ਦੇਖੋ ਮੈਂ 5 ਦੇ 10 ਕਰ ਦਿੱਤੇ, ਮੈਂ 5 ਨਾਲ 5 ਕਮਾ ਲਏ। ਤੇ ਮਾਲਕ ਨੇ ਕੀ ਕਿਹਾ? ਸ਼ਾਬਾਸ਼, ਵਿਸ਼ਵਾਸਯੋਗ ਚਾਕਰ, ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ। ਤੂੰ ਕੀ ਕਰ, ਮੇਰੀ ਖੁਸ਼ੀ ਵਿੱਚ ਸ਼ਾਮਲ ਹੋ। ਜਿਹਨੇ 2 ਤੋੜੇ ਸੀਗੇ ਉਹਦੀ ਵਾਰੀ ਆ ਗਈ। ਉਸਨੂੰ ਪੁੱਛਿਆ, ਹਾਂ ਵੀ ਤੈਂ ਕੀ ਕੀਤਾ? ਉਹ ਕਹਿੰਦਾ ਮਾਲਕ ਮੈਂ 2 ਨਾਲ 2 ਤੋੜੇ ਹੋਰ ਕਮਾ ਲਏ। ਮਾਲਕ ਬਹੁਤ ਖੁਸ਼ ਹੋਇਆ। ਉਹਨੂੰ ਕਿਹਾ ਸ਼ਾਬਾਸ਼ ਵਿਸ਼ਵਾਸਯੋਗ ਚਾਕਰ, ਤੂੰ ਥੋੜੇ ਵਿੱਚ ਕੀ ਹੋਇਆ? ਵਫਾਦਾਰ ਹੋਇਆ। ਆ ਜਾ ਤੂੰ ਵੀ ਮੇਰੀ ਖੁਸ਼ੀ ਵਿੱਚ ਕੀ ਹੋ? ਸ਼ਾਮਲ ਹੋ। ਆ ਗਿਆ ਤੀਜਾ, ਉਸਨੂੰ ਪੁੱਛਿਆ, ਹਾਂ ਵੀ? ਉਹ ਕਹਿੰਦਾ ਮਾਲਕ ਮੈਂ ਜਾਣਦਾ ਸੀ ਕਿ ਤੁਸੀਂ ਬੜੇ ਖਤਰਨਾਕ ਹੋ। ਤੁਹਾਡਾ ਸੁਭਾਅ ਮੈਂ ਚੰਗੀ ਤਰ੍ਹਾਂ ਜਾਣਦਾ ਸੀ। ਤੁਸੀਂ ਜਿੱਥੇ ਨਹੀਂ ਬੀਜਦੇ ਉੱਥੋਂ ਵੱਢ ਲੈਂਦੇ ਹੋ, ਜਿੱਥੇ ਨਹੀਂ ਖੰਡਿਆਇਆ ਉੱਥੋਂ ਇਕੱਠਾ ਕਰ ਲੈਂਦੇ ਹੋ। ਮੈਂ ਡਰਦਾ ਸੀ ਤੁਹਾਡੇ ਕੋਲੋਂ। ਮੈਂ ਕੀ ਕੀਤਾ? ਤੁਹਾਡਾ ਦਿੱਤਾ ਹੋਇਆ 1 ਤੋੜਾ ਜਾਂ 1 ਸਿੱਕਾ ਮੈਂ ਜ਼ਮੀਨ ਦੇ ਵਿੱਚ ਦੱਬ ਦਿੱਤਾ। ਉਹਨੇ ਪੱਟੀ ਜ਼ਮੀਨ ਲਿਆ ਕੇ ਮੂਹਰੇ ਰੱਖ ਦਿੱਤਾ। ਤੇ ਮਾਲਕ ਨੂੰ ਕੀ ਹੋਇਆ? ਉਹਦੇ ਉੱਪਰ ਗੁੱਸਾ ਆਇਆ, ਉਹਦੇ ਉੱਪਰ ਕ੍ਰੋਧ ਆਇਆ। ਔਰ ਕੀ ਕਿਹਾ? ਉਹਨੂੰ ਆਪਾਂ ਪੜਾਂਗੇ ਮੱਤੀ ਉਹਦਾ 25 ਲਿਆਏ, ਉਹਦਾ 26 ਵਚਨ। ਉਸ ਦੇ ਮਾਲਕ ਨੇ ਉਸ ਨੂੰ ਉੱਤਰ ਦਿੱਤਾ, ਓਏ ਦੋਸਤ ਅਤੇ ਆਲਸੀ ਚਾਕਰ, ਕੀ ਤਾਂ ਜਾਣਿਆ ਭਾਈ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਦਾ ਹਾਂ, ਪਰ ਜਿੱਥੇ ਮੈਂ ਨਹੀਂ ਖੰਡਾਇਆ ਉੱਥੋਂ ਇਕੱਠਾ ਕਰਦਾ ਹਾਂ। ਕੀ ਕਹਿੰਦਾ ਮਾਲਕ? ਓਏ ਆਲਸੀ, ਤੂੰ ਚੰਗੀ ਤਰ੍ਹਾਂ ਜਾਣਦਾ ਮੇਰੇ ਬਾਰੇ ਕਿ ਮੈਂ ਜਿੱਥੇ ਨਹੀਂ ਬੀਜਦਾ ਸੀ ਉੱਥੋਂ ਵੱਢਦਾ ਹਾਂ, ਜਿੱਥੇ ਨਹੀਂ ਖੜਾਉਂਦਾ ਸੀਗਾ ਉੱਥੋਂ ਮੈਂ ਇਕੱਠਾ ਕਰਦਾ। ਤੂੰ ਮੇਰੇ ਬਾਰੇ ਚੰਗੀ ਤਰ੍ਹਾਂ ਜਾਣਦਾਗਾ, ਲੇਕਿਨ ਫਿਰ ਤਾਂ ਕੀ ਕੀਤਾਗਾ? ਆਲਸਪਨਾ ਕੀਤਾਗਾ। ਮੈਂ ਤੈਨੂੰ 1 ਸਿੱਕਾ ਵੀ ਦੇ ਕੇ ਗਿਆ, ਮੈਂ ਤੈਨੂੰ 1 ਤੋੜਾ ਦੇ ਕੇ ਗਿਆ। ਕਾਹਦੇ ਲਈ? ਕਿ ਦਫਨ ਕਰਨ ਦੇ ਲਈ ਦੇ ਗਿਆ ਮੈਂ। ਉਸ ਇਨਸਾਨ ਨੇ ਕੀ ਕੀਤਾ ਸੀ? ਧਰਤੀ ਨੂੰ ਪੁੱਟਿਆ, ਜ਼ਮੀਨ ਨੂੰ ਪੁੱਟਿਆ, ਡੂੰਘਾ ਪੁੱਟਿਆ, ਉਹਦੇ ਵਿੱਚ ਉਸਨੂੰ ਦਫਨ ਕਰ ਦਿੱਤਾ। ਤੇ ਫਿਰ ਜਦ ਮਾਲਕ ਆਇਆ ਉੱਥੋਂ ਕੱਢ ਕੇ ਉਹਨੂੰ ਵਾਪਸ ਦੇ ਦਿੱਤਾ। ਤੇ ਮਾਲਕ ਨੂੰ ਕਿਹਾ, ਬਹੁਤ ਗੁੱਸਾ ਆਇਆ। ਕੀ ਕਿਹਾ? ਤੂੰ ਆਲਸੀ ਹੈ, ਤੂੰ ਨਿਕੰਮਾ ਹੈ। ਕਿਉਂ ਪਤਾ? ਮੇਰੇ ਦਿੱਤੇ ਹੋਏ ਤੋੜੇ ਨੂੰ, ਮੇਰੇ ਦਿੱਤੇ ਹੋਏ ਸਿੱਕੇ ਨੂੰ ਤੈਂ ਜ਼ਮੀਨ ਦੇ ਵਿੱਚ ਦੱਬ ਕੇ ਰੱਖਿਆਗਾ। ਉਸਨੂੰ ਕੀ ਕਿਹਾ? ਤੂੰ ਆਲਸੀ ਹੈ। ਔਰ ਫਿਰ ਕੀ ਲਿਖਿਆ ਉਸਦੇ ਬਾਰੇ? ਆਪਾਂ ਪੜਾਂਗੇ ਦੇ ਵਿੱਚ ਉਹਦਾ ਪੜੋ 29। ਕਿਉਂਕਿ ਜਿਸ ਕਿਸੇ ਕੋਲ ਕੁਝ ਹੈ ਉਹ ਉਹਨੂੰ ਦਿੱਤਾ ਜਾਵੇਗਾ ਤੇ ਉਹਦਾ ਵਾਧਾ ਹੋਵੇਗਾ, ਪਰ ਜਿਹਦੇ ਕੋਲ ਨਹੀਂ ਉਸ ਕੋਲੋਂ ਜੋ ਉਹਦਾ ਹੈ ਸੋ ਵੀ ਫਿਰ ਲਿਆ ਜਾਵੇਗਾ। ਹਾਂ, ਮਤਲਬ ਇਸ ਇਨਸਾਨ ਨੇ ਉਹਦਾ ਕੋਈ ਵੰਜ ਵਪਾਰ ਨਹੀਂ ਕੀਤਾ। ਔਰ ਪਰਮੇਸ਼ਰ ਨੇ ਕਿਹਾ ਕਿ ਦੇਖ, ਇਹਨੂੰ ਮੈਂ ਜੋ ਸਿੱਕਾ ਦੇ ਗਿਆ ਸੀਗਾ, ਤੈਨੂੰ ਜੋ ਮੈਂ ਤੋੜਾ ਦੇ ਗਿਆ ਸੀਗਾ, ਤਾਂ ਉਹਦਾ ਵਪਾਰ ਨਹੀਂ ਕੀਤਾ, ਤਾਂ ਉਹਨੇ ਕਮਾਈ ਨਹੀਂ ਕੀਤੀ। ਅਗਰ ਤੈਨੂੰ ਚਾਹੀਦਾ ਸੀਗਾ ਕਿ ਜਾ ਕੇ ਤੂੰ ਸਰਾਫਾਂ ਨਾਲ ਮਿਲ ਜਾਂਦਾ, ਮਤਲਬ ਸਰਾਫਾਂ ਦੀ ਹੱਟੀ ਵਾਲਿਆਂ ਦੀ ਹੱਟੀ ਚਲਾ ਜਾਂਦਾ, ਉੱਥੇ ਜਾ ਕੇ ਤੂੰ ਰੱਖ ਦਿੰਦਾ, ਉੱਥੋਂ ਮੈਂ ਵਿਆਜ ਨਾਲ ਪ੍ਰਾਪਤ ਕਰ ਲੈਂਦਾ, ਉੱਥੋਂ ਮੈਂ ਵਿਆਜ ਨਾਲ ਲੈ ਲੈਂਦਾ। ਲੇਕਿਨ ਤੈਂ ਇਸ ਨੂੰ ਧਰਤੀ ਵਿੱਚ ਦੱਬ ਦਿੱਤਾ ਗਾ, ਤੈਂ ਇਸ ਨੂੰ ਜ਼ਮੀਨ ਦੇ ਵਿੱਚ ਦੱਬ ਦਿੱਤਾ ਗਾ। ਪੜੋਗੇ 30 ਵਿੱਚ ਕੀ ਲਿਖਿਆ ਗਾ? ਇਸ ਨਿਕੰਮੇ ਚਾਕਰ ਨੂੰ ਬਾਹਰ ਦੇ ਅੰਧਕੋਰੇ ਵਿੱਚ ਕੱਢ ਦਿਓ, ਉੱਥੇ ਰੋਣਾ ਅਤੇ ਕਚੀਚੀਆਂ ਦਾ ਵਸਣਾ ਹੋਵੇਗਾ। ਕੀ ਲਿਖਿਆ ਗਾ? ਇਸ ਨੂੰ ਬਾਹਰ ਦੇ ਅੰਧਕੋਰ ਦੇ ਵਿੱਚ ਸੁੱਟ ਦਿਓ। ਉੱਥੇ ਕੀ ਹੈ? ਰੋਣਾ ਗਾ। ਉੱਥੇ ਕੀ ਹੈ? ਕਚੀਚੀਆਂ ਦਾ ਵਸਣਾ ਗਾ। ਕਿਉਂ? ਕਿਉਂਕਿ ਇਸਨੇ ਜ਼ਮੀਨ ਦੇ ਵਿੱਚ ਦਫਨ ਕੀਤਾ ਗਿਆ ਸੀ। ਇਸਨੇ ਕੀ ਕੀਤਾ ਸੀਗਾ? ਉਸ ਧਰਤੀ ਵਿੱਚ ਉਸਨੂੰ ਦਫਨ ਕੀਤਾ ਹੋਇਆ ਸੀ। ਕਹਿਣ ਦਾ ਮਤਲਬ ਕਿ ਜਿਸ ਕੋਲ ਹੈ ਉਸਨੂੰ ਦਿੱਤਾ ਜਾਵੇਗਾ। ਔਰ ਉਸ ਤੋਂ ਸਿੱਕਾ ਫੜ ਕੇ ਕਿਹਨੂੰ ਦਿੱਤਾ ਗਿਆ? ਜਿਹਦੇ ਲਵੇ 10 ਸੀਗੇ, ਉਸਨੂੰ ਦਿੱਤਾ ਗਿਆ। ਮਤਲਬ ਕਿ ਅਗਰ ਪਰਮੇਸ਼ਵਰ ਤੋਂ ਕੁਝ ਲੈਣਾ ਗਾ, ਕੀ ਕਰਨਾ ਪਏਗਾ? ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਗਾ, ਕੀ ਦਿੱਤਾ ਗਾ? ਚੰਗਾਈ ਦਾ ਵਰਦਾਨ ਦਿੱਤਾ ਗਾ, ਗੈਰ ਜ਼ੁਬਾਨ ਦਿੱਤੀ ਹੈ,
ਤਾਲੀ ਵਜਾਉਣ ਦੇ ਲਈ ਪਰਮੇਸ਼ਵਰ ਨੇ ਹੱਥ ਦਿੱਤੇ ਨੇ, ਪਰਮੇਸ਼ਵਰ ਦੀ ਮਹਿਮਾ ਕਰਨ ਲਈ ਪਰਮੇਸ਼ਵਰ ਨੇ ਗਲਾ ਦਿੱਤਾ ਗਾ। ਅਗਰ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਤੁਹਾਡੇ ਸਰੀਰ ਵਿੱਚ ਰਹਿਣ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਸਰੀਰ ਤੰਦਰੁਸਤ ਰਹੇ, ਤਾਂ ਆਪਣੇ ਗਲੇ ਨੂੰ ਖੋਲ ਕੇ ਪਰਮੇਸ਼ਵਰ ਦੀ ਆਰਾਧਨਾ ਕਰੋ, ਤਾਲੀ ਵਜਾ ਕੇ ਪਰਮੇਸ਼ਵਰ ਦੀ ਆਰਾਧਨਾ ਕਰੋ। ਲੇਕਿਨ ਇਸ ਇਨਸਾਨ ਨੇ ਕੀ ਕੀਤਾ ਸੀਗਾ? ਇੱਕ ਤੋੜਾ, ਇੱਕ ਸਿੱਕਾ ਕਿੱਥੇ ਦੱਬਿਆ ਸੀਗਾ? ਜ਼ਮੀਨ ਦੇ ਵਿੱਚ। ਜ਼ਮੀਨ ਕੌਣ ਹੈ? ਇਨਸਾਨ ਕਿੱਥੋਂ ਬਣਿਆਗਾ? ਮਿੱਟੀ ਤੋਂ ਬਣਿਆਗਾ। ਔਰ ਉਸਨੇ ਕੀ ਕੀਤਾ ਸੀਗਾ? ਆਪਣੇ ਅੰਦਰ ਉਸਨੂੰ ਦੱਬ ਲਿਆ ਸੀਗਾ। ਪਰਮੇਸ਼ਵਰ ਨੇ ਪਰਾਈ ਭਾਸ਼ਾ ਦਿੱਤੀ ਹੈ, ਲੇਕਿਨ ਇਨਸਾਨ ਨੇ ਕੀ ਕੀਤਾ ਹੋਇਆ? ਉਸਨੂੰ ਜ਼ਮੀਨ ਦੇ ਵਿੱਚ ਦੱਬ ਰੱਖਿਆ ਹੈਗਾ, ਮਿੱਟੀ ਦੇ ਵਿੱਚ ਦੱਬ ਕੇ ਰੱਖਿਆ ਹੋਏਗਾ। ਮਤਲਬ ਮਿੱਟੀ ਕੌਣ ਹੈ? ਮਿੱਟੀ ਖੁਦ ਇਨਸਾਨ ਹੈ, ਉਸ ਦੇ ਵਿੱਚ ਦੱਬਿਆ ਹੋਇਆ, ਉਸਨੂੰ ਬਾਹਰ ਨਹੀਂ ਕੱਢਦਾ ਪਿਆ, ਉਸਦਾ ਇਸਤੇਮਾਲ ਨਹੀਂ ਕਰਦਾ ਪਿਆ। ਪਰਮੇਸ਼ਵਰ ਨੇ ਤੁਹਾਡੇ ਜੀਵਨ ਦੇ ਵਿੱਚ ਗਵਾਹੀ ਦਿੱਤੀ ਹੋਈ ਹੈ। ਇਨਸਾਨ ਨੇ ਕੀ ਹੈ? ਇੱਕ ਡੂੰਘਾ ਟੋਆ ਪੱਟ ਕੇ ਉਸ ਗਵਾਹੀ ਨੂੰ ਅੰਦਰ ਦੱਬਿਆ ਹੋਇਆਗਾ। ਉਸ ਗਵਾਹੀ ਨੂੰ ਇਨਸਾਨ ਨੇ ਅੰਦਰ ਦੱਬਿਆ ਹੋਇਆਗਾ, ਉਹਦਾ ਇਸਤੇਮਾਲ ਨਹੀਂ ਕਰ ਰਿਹਾ। ਐਸੇ ਇਨਸਾਨ ਨੂੰ ਪਰਮੇਸ਼ਵਰ ਕੀ ਕਹਿੰਦੇ ਨੇ? ਆਲਸੀ ਚਾਕਰ। ਐਸੇ ਇਨਸਾਨ ਨੂੰ ਪਰਮੇਸ਼ਵਰ ਕਹਿੰਦੇ ਨੇ ਆਲਸੀ, ਜੋ ਪਰਮੇਸ਼ਵਰ ਦਾ ਕੰਮ ਨਹੀਂ ਕਰਦਾ। ਤੁਹਾਡੇ ਜੀਵਨ ਦੇ ਵਿੱਚ ਗਵਾਹੀ ਹੈ, ਗਵਾਹੀ ਦਿਓ। ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਤੁਹਾਨੂੰ ਚੰਗਾਈ ਦਾ ਵਰਦਾਨ ਦਿੱਤਾ ਹੈ, ਲੋਕਾਂ ਲਈ ਪ੍ਰਾਰਥਨਾ ਕਰੋ। ਪਰਮੇਸ਼ਵਰ ਨੇ ਤੁਹਾਨੂੰ ਦਿੱਤਾਗਾ ਕਿ ਤੁਸੀਂ ਗੈਰ ਜ਼ਬਾਨ ਬੋਲ ਸਕਦੇ ਹੋ, ਤੇ ਗੈਰ ਜ਼ਬਾਨ ਬੋਲੋ। ਹੋਰ ਜੋ ਕੁਝ ਵੀ ਪਰਮੇਸ਼ਵਰ ਨੇ ਤੁਹਾਨੂੰ ਦਿੱਤਾਗਾ, ਕੀ ਕਰੋ? ਉਸ ਦਾ ਇਸਤੇਮਾਲ ਕਰੋ। ਅਗਰ ਇਸਤੇਮਾਲ ਕਰੋਗੇ, ਪਰਮੇਸ਼ਵਰ ਹੋਰ ਵਧਾਏਗਾ, ਪਰਮੇਸ਼ਵਰ ਹੋਰ ਦੇਵੇਗਾ। ਅਗਰ ਇਸਤੇਮਾਲ ਕਰੋਗੇ, ਅਗਰ ਇਸਤੇਮਾਲ ਨਹੀਂ ਕਰ ਰਹੇ, ਉਸ ਨੂੰ ਕੀ ਹੈ? ਆਪਣੇ ਅੰਦਰ ਹੀ ਦੱਬਿਆ ਹੋਇਆਗਾ। ਮਤਲਬ ਮਿੱਟੀ ਵਿੱਚ ਦੱਬਿਆ ਹੋਇਆਗਾ, ਧਰਤੀ ਵਿੱਚ ਦੱਬਿਆ ਹੋਇਆ, ਜ਼ਮੀਨ ਦੇ ਵਿੱਚ ਦੱਬਿਆ ਹੋਇਆ, ਖੁਦ ਆਪਣੇ ਅੰਦਰ ਦੱਬਿਆ ਹੋਇਆਗਾ। ਤੇ ਪਰਮੇਸ਼ਵਰ ਨੂੰ ਕੀ ਕਹਿੰਦੇ ਨੇ? ਤੂੰ ਆਲਸੀ ਹੈ, ਤੂੰ ਨਿਕੰਮਾ ਹੈ, ਤੂੰ ਮੇਰੇ ਦਿੱਤੇ ਹੋਏ ਵਰਦਾਨ ਨੂੰ, ਮੇਰੇ ਦਿੱਤੇ ਹੋਏ ਸਿੱਕੇ ਨੂੰ ਆਪਣੇ ਅੰਦਰ ਦੱਬਿਆ ਹੋਇਆਗਾ। ਔਰ ਉਸ ਨੂੰ ਕੀ ਕੀਤਾ ਗਿਆ? ਬਾਹਰ ਦੇ ਅੰਧਕੋਰ ਵਿੱਚ ਸੁੱਟ ਦੋ, ਮਤਲਬ ਨਰਕ ਵਿੱਚ ਸੁੱਟ ਦੋ। ਉੱਥੇ ਕੀ ਹੈ? ਰੋਣਾ। ਉੱਥੇ ਕੀ ਹੈ? ਕਿ ਚੀਚੀਆਂ ਦਾ ਵੱਟਣਾਗਾ। ਕਿਉਂ? ਕਿਉਂਕਿ ਉਹ ਇਨਸਾਨ ਪਰਮੇਸ਼ਵਰ ਦੇ ਦਿੱਤੇ ਹੋਏ ਕੰਮ ਨੂੰ, ਦਿੱਤੇ ਹੋਏ ਪਰਮੇਸ਼ਵਰ ਦੇ ਜੋ ਸਿੱਕਾ ਗਾ, ਦਿੱਤਾ ਹੋਇਆ ਪਰਮੇਸ਼ਵਰ ਦਾ ਜੋ ਵਰਦਾਨ ਹੈ, ਉਸਦਾ ਉਹ ਇਸਤੇਮਾਲ ਨਹੀਂ ਕਰ ਰਿਹਾ। ਲੇਕਿਨ ਅੱਜ ਅਸੀਂ ਇਸਤੇਮਾਲ ਕਰ ਸਕਦੇ ਹਾਂ, ਕਿਉਂਕਿ ਅੱਜ ਅਸੀਂ ਜਿਉਂਦੇ ਹਾਂ। ਅੱਜ ਅਸੀਂ ਪਰਮੇਸ਼ਵਰ ਦੇ ਨਾਮ ਦੀ ਗਵਾਹੀ ਦੇ ਸਕਦੇ ਹਾਂ। ਅਗਰ ਪਰਮੇਸ਼ਵਰ ਦੇ ਲਈ ਤੁਸੀਂ ਇਸਤੇਮਾਲ ਹੁੰਦੇ ਹੋ, ਤੇ ਪਰਮੇਸ਼ਵਰ ਤੁਹਾਨੂੰ ਹੋਰ ਕੁਝ ਦੇਵੇਗਾ, ਬਹੁਤ ਕੁਝ ਦੇਵੇਗਾ ਪਰਮੇਸ਼ਵਰ। ਕਿਉਂ? ਜਿਹਦੇ ਕੋਲ 5 ਸੀਗੇ, ਉਹਨੇ 5 ਨਾਲ 5 ਕਮਾ ਲਏ। ਔਰ ਜਿਹਦੇ ਕੋਲ 1 ਸੀਗਾ, ਉਸ ਤੋਂ 1 ਫੜ ਕੇ ਪਰਮੇਸ਼ਵਰ ਨੇ ਕਿਹਨੂੰ ਦਿੱਤਾ? ਉਸ 10 ਵਾਲੇ ਨੂੰ ਦੇ ਦਿੱਤਾ। ਇਹਦਾ ਮਤਲਬ ਕਿ ਜੋ ਤੁਹਾਡੇ ਕੋਲ ਹੈ, ਅਗਰ ਤੁਸੀਂ ਇਸ ਦਾ ਇਸਤੇਮਾਲ ਕਰ ਰਹੇ ਹੋ, ਪਰਮੇਸ਼ਵਰ ਦੇ ਕਿੰਨੇ ਸਾਰੇ ਵਰਦਾਨ ਨੇ, ਕਿੰਨੇ ਵਰਦਾਨ ਨੇ ਪਰਮੇਸ਼ਵਰ ਦੇ। ਪਵਿੱਤਰ ਆਤਮਾ ਦੇ ਕਿੰਨੇ ਵਰਦਾਨ ਨੇ, ਉਹ ਸਾਰੇ ਵਰਦਾਨ ਤੁਹਾਨੂੰ ਦਿੱਤੇ ਜਾਣਗੇ ਅਗਰ ਉਹਦਾ ਇਸਤੇਮਾਲ ਕਰ ਰਹੇ ਹੋ। ਅਗਰ ਪਵਿੱਤਰ ਆਤਮਾ ਦੇ ਫਲ ਉਹਨਾਂ ਦਾ ਇਸਤੇਮਾਲ ਕਰ ਰਹੇ ਹੋ, ਪਰਮੇਸ਼ਵਰ ਆਪਣੇ ਹੋਰ ਫਲ ਦੇਵੇਗਾ, ਹੋਰ ਪਵਿੱਤਰ ਆਤਮਾ ਅੰਦਰ ਦੇਵੇਗਾ। ਅਗਰ ਪਹਿਲਾਂ ਹੀ ਥੋੜਾ ਜਿਹਾ ਇੱਕ ਵਰਦਾਨ ਲੈ ਕੇ ਬੈਠ ਕੇ ਚੁੱਪ ਕਰਕੇ, ਪਰਮੇਸ਼ਵਰ ਕਹੂਗਾ ਇਹ ਤਾਂ ਨਿਕੰਮਾਗਾ, ਇਹ ਤਾਂ ਆਲਸੀ ਹੈ, ਇਹ ਤਾਂ ਮੇਰਾ ਕੰਮ ਹੀ ਨਹੀਂ ਕਰ ਰਿਹਾ, ਇਹ ਤਾਂ ਆਪਣੇ ਅੰਦਰ ਦੱਬ ਕੇ ਬੈਠ ਗਿਆਗਾ। ਐਸੇ ਇਨਸਾਨ ਨੂੰ ਪਰਮੇਸ਼ਵਰ ਪਸੰਦ ਨਹੀਂ ਕਰਦੇ। ਔਰ ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਸਵਰਗ ਵਿੱਚ ਗਏ, ਉੱਥੋਂ ਪ੍ਰਭੂ ਯਿਸੂ ਮਸੀਹ ਨੇ ਪਵਿੱਤਰ ਆਤਮਾ ਭੇਜਿਆ। ਪਵਿੱਤਰ ਆਤਮਾ ਦੇ ਫਲ ਨੇ, ਪਵਿੱਤਰ ਆਤਮਾ ਦੇ ਵਰਦਾਨ ਨੇ। ਅੱਜ ਲੋਕ ਇੱਕ ਇੱਕ ਚੀਜ਼ ਲੈ ਕੇ ਬਹਿ ਗਏ। ਅਗਰ ਗੈਰ ਜ਼ੁਬਾਨ ਹੈ, ਉਹਨੂੰ ਦੱਬ ਕੇ ਬੈਠ ਗਏ। ਅਗਰ ਚੰਗਾਈ ਦਾ ਵਰਦਾਨ ਹੈ, ਉਹਨੂੰ ਦੱਬ ਕੇ ਬੈਠ ਗਏ। ਅਗਰ ਜੀਵਨ ਦੇ ਵਿੱਚ ਗਵਾਹੀ ਹੋ ਗਈ ਹੈ, ਉਹਨੂੰ ਦੱਬ ਕੇ ਬੈਠ ਗਏ। ਪਰਮੇਸ਼ਵਰ ਤਾਂ ਬਹੁਤ ਕੁਝ ਦੇਣਾ ਚਾਹੁੰਦਾ ਗਾ, ਪਰਮੇਸ਼ਵਰ ਤਾਂ ਬਹੁਤ ਕੁਝ ਦੇਣਾ ਚਾਹੁੰਦਾ ਗਾ, ਲੇਕਿਨ ਇਨਸਾਨ ਨੇ ਇੱਕ ਇੱਕ ਚੀਜ਼ ਫੜ ਕੇ, ਇੱਕ ਇੱਕ ਉਹ ਚੀਜ਼ ਨੂੰ ਫੜ ਕੇ ਜ਼ਮੀਨ ਦੇ ਅੰਦਰ ਦਫਨ ਕਰ ਲਿਆਗਾ, ਉਸ ਧਰਤੀ ਵਿੱਚ ਦਫਨ ਕੀਤਾਗਾ, ਮਤਲਬ ਆਪਣੇ ਅੰਦਰ ਦਫਨ ਕੀਤਾ ਹੋਇਆਗਾ। ਐਸੇ ਇਨਸਾਨ ਨੂੰ ਪਰਮੇਸ਼ਵਰ ਕਹਿੰਦੇ ਆਲਸੀ ਹੈ, ਜੋ ਪਰਮੇਸ਼ਵਰ ਦਾ ਕੰਮ ਨਹੀਂ ਕਰਦਾ। ਐਸੇ ਇਨਸਾਨ ਦੇ ਲਈ ਪਰਮੇਸ਼ਵਰ ਨੇ ਕਿਹਾ, ਪ੍ਰਭੂ ਯਿਸੂ ਮਸੀਹ ਨੇ, ਕਿ ਐਸੇ ਇਨਸਾਨਾਂ ਨੂੰ ਕੀ ਕਰੋ? ਬਾਹਰ ਦੇ ਅੰਧਕੋਰ ਵਿੱਚ ਸੁੱਟ ਦੋ। ਬਾਹਰ ਦੇ ਅੰਧਕੋਰ ਵਿੱਚ ਮਤਲਬ ਨਰਕ ਵਿੱਚ ਸੁੱਟ ਦੋ। ਉੱਥੇ ਕੀ ਹੈ? ਰੋਣਾ। ਉੱਥੇ ਕੀ ਹੈ? ਚੀਚੀਆਂ ਨਾਲ ਵੱਟਣਾਗਾ। ਉੱਥੇ ਕੀ ਹੈ? ਉੱਥੇ ਦੁੱਖ ਹੈ। ਉੱਥੇ ਕੀ ਹੈ? ਉੱਥੇ ਪੀੜਾ ਵੀ। ਲੇਕਿਨ ਅੱਜ ਕੀ ਹੋਵੋ? ਅੱਜ ਸਾਵਧਾਨ ਹੋ ਜਾਓ। ਅੱਜ ਸੁਸਤੀ ਨਾ ਵਰਤੋ, ਅੱਜ ਆਲਸਪਣਾ ਨਾ ਕਰੋ। ਸਮਾਂ ਨਹੀਂ ਹੈ, ਸਮਾਂ ਕੱਢ ਕੇ ਪ੍ਰਾਰਥਨਾ ਕਰੋ। ਪਰਮੇਸ਼ਵਰ ਨੇ ਜੋ ਵਰਦਾਨ ਦਿੱਤਾਗਾ, ਕੋਈ ਬਾਤ ਨਹੀਂ, ਅੱਧਾ ਘੰਟਾ ਮੋਬਾਈਲ ਬੰਦ ਕਰ ਦੋ, ਟੀਵੀ ਬੰਦ ਕਰ ਦੋ,
ਜੋ ਫਾਲਤੂ ਸਮਾਂ ਖਰਾਬ ਕਰਦੇ ਉਹ ਬੰਦ ਕਰ ਦਿਓ, ਲੇਕਿਨ ਕੀ ਕਰੋ, ਸਮਾਂ ਬਿਤਾਓ ਪ੍ਰਾਰਥਨਾ ਦੇ ਵਿੱਚ, ਗੈਰ ਜ਼ੁਬਾਨ ਦੇ ਵਿੱਚ ਸਮਾਂ ਬਿਤਾਓ। ਕਿੱਥੇ ਤੁਹਾਡੀ ਜ਼ਰੂਰਤ ਹੈ, ਤੁਹਾਡੀ ਗਵਾਹੀ ਦੀ ਜ਼ਰੂਰਤ ਹੈ, ਉੱਥੇ ਨਾ ਡਰੋ, ਉੱਥੇ ਬਿਲਕੁਲ ਨਾ ਡਰੋ ਕਿ ਲੋਕ ਤੁਹਾਡੇ ਬਾਰੇ ਕੀ ਸੋਚਣਗੇ, ਲੋਕ ਕੀ ਕਹਿਣਗੇ। ਉੱਥੇ ਗਵਾਹੀ ਦਿਓ ਹੀ ਦਿਓ ਕਿ ਮੇਰੇ ਜੀਵਨ ਦੇ ਵਿੱਚ ਪ੍ਰਭੂ ਯਿਸੂ ਜੀ ਨੇ ਕੰਮ ਕੀਤਾਗਾ, ਮੇਰਾ ਜੀਵਨ ਐਸਾ ਸੀ, ਮੇਰੇ ਜੀਵਨ ਦੇ ਵਿੱਚ ਇਦਾਂ ਸੀ, ਲੇਕਿਨ ਮੇਰੇ ਪ੍ਰਭੂ ਯਿਸੂ ਜੀ ਨੇ ਮੇਰੇ ਜੀਵਨ ਦੇ ਵਿੱਚ ਕੰਮ ਕੀਤਾਗਾ। ਆਪਣੇ ਜੀਵਨ ਦੀ ਗਵਾਹੀ ਦਿਓ। ਅਗਰ ਇਦਾਂ ਇਸਤੇਮਾਲ ਹੋਵੋਗੇ, ਇਦਾਂ ਪਰਮੇਸ਼ਰ ਦੇ ਦਿੱਤੇ ਹੋਏ ਕੰਮਾਂ ਨੂੰ, ਵਰਦਾਨਾਂ ਦਾ ਇਸਤੇਮਾਲ ਕਰੋਗੇ, ਪਰਮੇਸ਼ਰ ਖੁਸ਼ ਹੋਵੇਗਾ ਔਰ ਪਰਮੇਸ਼ਰ ਹੋਰ ਜ਼ਿਆਦਾ ਤੁਹਾਨੂੰ ਦੇਵੇਗਾ, ਹੋਰ ਜ਼ਿਆਦਾ ਤੁਹਾਨੂੰ ਦੇਵੇਗਾ। ਲੇਕਿਨ ਪਰਮੇਸ਼ਰ ਤੋਂ ਲੈਣਾ ਆਪਾਂ ਨੇ, ਆਲਸੀ ਨਹੀਂ ਬਣਨਾ। ਅਗਰ ਆਲਸੀ ਬਣੋਗੇ ਤੇ ਪਰਮੇਸ਼ਰ ਕਦੇ ਵੀ ਖੁਸ਼ ਨਹੀਂ ਹੁੰਦੇ। ਔਰ ਪੜੋ ਇੱਕ ਵਾਰ ਫਿਰ ਮੱਤੀ ਉਹਦਾ 25 ਦੇ ਉਹਦਾ 26 ਵਚਨ। ਉਸ ਦੇ ਮਾਲਕ ਨੇ ਉਸ ਨੂੰ ਉੱਤਰ ਦਿੱਤਾ, ਉਹ ਦੋਸਤ ਤੇ ਆਲਸੀ ਚੱਕਰ, ਕੀ ਤਾਂ ਜਾਣਿਆ ਕੋਈ। ਉਹ ਦੋਸਤ ਤੇ ਆਲਸੀ ਚੱਕਰ, ਅਖੀਰ ਦੇ ਵਿੱਚ ਇਹ ਸੁਣਨ ਨਾ ਮਿਲੇ। ਕਿਤੇ ਪਰਮੇਸ਼ਰ ਇਦਾਂ ਨਾ ਕਹਿ ਦੇਣਾ, ਅਖੀਰ ਦੇ ਵਿੱਚ ਪ੍ਰਭੂ ਯਿਸੂ ਇਦਾਂ ਨਾ ਕਹਿ ਦੇਣਾ ਕਿ ਉਹ ਦੋਸਤ, ਉਹ ਆਲਸੀ, ਮੈਂ ਤੈਨੂੰ ਇੰਨਾ ਕੁਝ ਦਿੱਤਾ ਸੀਗਾ, ਮੈਂ ਤੈਨੂੰ ਚੰਗਾਈ ਦਿੱਤੀ, ਚੰਗਾਈ ਦਾ ਵਰਦਾਨ ਦਿੱਤਾ ਸੀਗਾ, ਮੈਂ ਤੈਨੂੰ ਤੇਰੇ ਜੀਵਨ ਦੇ ਵਿੱਚ ਗਵਾਹੀ ਦਿੱਤੀ ਸੀ, ਲੇਕਿਨ ਤੂੰ ਉਹਦਾ ਇਸਤੇਮਾਲ ਨਹੀਂ ਕੀਤਾ, ਤੂੰ ਆਲਸੀ ਹੈ। ਆਲਸੀ ਮਤਲਬ ਆਲਸ ਕੀ ਹੈ? ਆਲਸ ਪਾਪ ਹੈ, ਆਲਸ ਪਾਪ ਹੈ। ਇੱਕ ਆਲਸੀ ਦੂਜਾ ਹੁੰਦਾ ਹੈਗਾ ਜੋ ਕੰਮਕਾਰ ਨਹੀਂ ਕਰਦਾ, ਲੋਕ ਉਸਨੂੰ ਆਲਸੀ ਕਹਿੰਦੇ ਨੇ। ਪਰਮੇਸ਼ਰ ਕਿਹਨੂੰ ਆਲਸੀ ਕਹਿੰਦੇ ਨੇ? ਤੇ ਜੋ ਪਰਮੇਸ਼ਰ ਤੋਂ ਦਿੱਤਾ ਹੋਇਆ ਕੰਮ ਨਹੀਂ ਕਰਦਾ, ਉਸਨੂੰ ਆਲਸੀ ਕਹਿੰਦੇ ਨੇ। ਆਲਸ ਕੀ ਹੈ? ਉਹ ਪਾਪ ਹੈ। ਮਤਲਬ ਜੋ ਪਰਮੇਸ਼ਰ ਦਾ ਕੰਮ ਕਰਨ ਵਿੱਚ ਆਲਸਪਣਾ ਕਰਦਾ ਹੈਗਾ, ਜੋ ਪਰਮੇਸ਼ਰ ਦੇ ਕੰਮ ਨੂੰ ਸਹੀ ਤਰੀਕੇ ਨਾਲ ਨਹੀਂ ਕਰਦਾ, ਉਹ ਕੀ ਹੈ? ਉਹ ਆਲਸੀ ਹੈ। ਉਸਨੂੰ ਪਰਮੇਸ਼ਰ ਆਲਸੀ ਕਹਿੰਦੇ ਨੇ। ਔਰ ਆਲਸ ਕੀ ਹੈ? ਉਹ ਪਾਪ ਹੈ। ਸਾਰੇ ਬੋਲੋ, ਆਲਸ ਕੀ ਹੈ? ਪਾਪ ਹੈ। ਆਲਸ ਕੀ ਹੈ? ਆਲਸ ਨਹੀਂ ਕਰਨਾ। ਆਲਸ ਮਤਲਬ ਆਲਸੀ ਬਣਾ ਨਹੀਂ ਕਰਨਾ। ਪ੍ਰਾਰਥਨਾ ਕਰਨ ਦਾ ਸਮਾਂ ਮਿਲਦਾਗਾ, ਪ੍ਰਾਰਥਨਾ ਕਰੋ। ਇਹ ਨਾ ਸੋਚੋ ਰਾਤ ਨੂੰ ਕਰਾਂਗੇ। ਪਰਾਈ ਭਾਸ਼ਾ ਬੋਲਣ ਦਾ ਸਮਾਂ ਨਹੀਂ ਮਿਲਦਾ, ਸਮਾਂ ਕੱਢੋ, ਪਰਾਈ ਭਾਸ਼ਾ ਬੋਲੋ। ਕਿਸੇ ਗਵਾਹੀ ਦੇਣ ਦਾ ਮੌਕਾ ਮਿਲਦਾ, ਉੱਥੇ ਗਵਾਹੀ ਦਿਓ। ਕੋਈ ਤੁਹਾਨੂੰ ਬਿਮਾਰ ਮਿਲਦਾ, ਉਸਨੂੰ ਗਵਾਹੀ ਦੇ ਕੇ ਲਈ ਪ੍ਰਾਰਥਨਾ ਕਰੋ। ਤੁਹਾਡੀ ਪ੍ਰਾਰਥਨਾ, ਤੁਹਾਨੂੰ ਪਰਮੇਸ਼ਰ ਨੇ ਵਰਦਾਨ ਦਿੱਤਾਗਾ ਤੇ ਤੁਹਾਡੀ ਪ੍ਰਾਰਥਨਾ ਨਾਲ ਬਿਮਾਰ ਚੰਗਾ ਹੋ ਜਾਊਗਾ। ਅਗਰ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰਦੇ ਹੋ, ਅਗਰ ਤੁਹਾਡੇ ਕੋਲ ਵਰਦਾਨ ਨਹੀਂ ਵੀ ਹੈ, ਅਗਰ ਤੁਸੀਂ ਫਿਰ ਵੀ ਵਿਸ਼ਵਾਸ ਨਾਲ ਪ੍ਰਾਰਥਨਾ ਕਰਦੇ ਹੋ, ਤੁਹਾਡੇ ਵਿਸ਼ਵਾਸ ਦੁਆਰਾ ਉਸਦੇ ਜੀਵਨ ਦੇ ਵਿੱਚ ਚਮਤਕਾਰ ਹੋ ਜਾਊਗਾ। ਮਤਲਬ ਪਰਮੇਸ਼ਰ ਤੁਹਾਡਾ ਇਸਤੇਮਾਲ ਕਰਨਗੇ ਉੱਥੇ। ਅਗਰ ਆਲਸਪਣਾ ਕਰੋਗੇ ਤੇ ਪਰਮੇਸ਼ਰ ਨੂੰ ਕਦੇ ਵੀ ਪਸੰਦ ਨਹੀਂ। ਆਲਸ ਕੀ ਹੈ? ਪਾਪ ਹੈ। ਔਰ ਪਾਪ ਹੈ ਜੋ ਉਹ ਪਰਮੇਸ਼ਰ ਨੂੰ ਪਸੰਦ ਨਹੀਂ। ਆਓ ਸਾਰੇ ਆਪਣੇ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ और कोई भी जन अख नहीं खोलेगा। अपने आप पूछ के देखो, अपने आप सवाल करके देखो कि परमेश्वर ने मैनू की कुछ दिता होयागा, कि मैं परमेश्वर की आराधना करता हाँ, कि परमेश्वर ने जो मैनू गैर जुबान दी है मैं उसका इस्तेमाल करता हाँ। कि मेरे जीवन में जो गवाही है मैं उसनू लोगों में सुनाता हाँ। अपने आप को जांचो कि मैं आलसपना तो नहीं कर रहा। अगर आलसपना कर रहे हो परमेश्वर के काम ਲਈ, परमेश्वर के काम ਲਈ आलसपना कर रहे हो तो पाप है और पाप परमेश्वर को पसंद नहीं। उस इंसान ने आलसपना किया तो उसके लिए शब्द सी, ओए दोस्त आलसी, इसनू बाहर के अंधकोर में सट दो। किते ये शब्द अखीर दे विच तुहानू सुनने ना पै जाना, ये शब्द अखीर दे विच सानू ना सुनने पै जाना।
ਇਸ ਲਈ ਆਸ ਨੂੰ ਛੱਡਦੇ ਹੋਏ ਉਸ ਪਰਮੇਸ਼ਵਰ ਦੇ ਕੰਮ ਨੂੰ ਕਰੋ, ਕਿਉਂਕਿ ਆਸ ਕੀ ਹੈ? ਉਹ ਇੱਕ ਪਾਪ ਹੈ। ਆਸ ਵੀ ਇੱਕ ਪਾਪ ਹੈ ਜੋ ਪਰਮੇਸ਼ਵਰ ਦਾ ਕੰਮ ਨਹੀਂ ਕਰਦਾ। ਪਰਮੇਸ਼ਵਰ ਦਾ ਕੰਮ ਕਰ ਸਕੋ, ਪਰਮੇਸ਼ਵਰ ਦੇ ਕੰਮ ਲਈ ਇਸਤੇਮਾਲ ਹੋ ਸਕੋ, ਉਸ ਦੇ ਲਈ ਪਰਮੇਸ਼ਵਰ ਤੁਹਾਨੂੰ